हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸਮੈਸਟਰ ਫਸਟ ਦੇ ਲਈ ਜਿਹੜੇ ਕਿ ਹਿਸਟਰੀ ਦਾ ਟੌਪਿਕ ਲੈ ਕੇ ਆਏ ਆ, ਚੌਲਾਂ ਅਧੀਨ ਪ੍ਰਸ਼ਾਸਨ। ਠੀਕ ਹੈ, ਚੌਲਾਂ ਅਧੀਨ ਜਿਹੜਾ ਰਾਜ ਪ੍ਰਬੰਧ ਜਾਂ ਸ਼ਾਸਨ ਪ੍ਰਬੰਧ ਜਾਂ ਚੌਲਾਂ ਦੇ ਸ਼ਾਸਨ ਪ੍ਰਬੰਧ ਦੀ ਵਿਸ਼ੇਸ਼ਤਾਵਾਂ, ਜਿਵੇਂ ਮਰਜ਼ੀ ਤੁਹਾਨੂੰ ਕੁਐਸਚਨ ਆ ਜਾਏ, ਚੌਲਾਂ ਦੇ ਸ਼ਾਸਨ ਪ੍ਰਬੰਧ ਦੀ ਵਿਸ਼ੇਸ਼ਤਾਵਾਂ ਜਾਂ ਚੌਲਾਂ ਦੇ ਸਥਾਨਕ ਸ਼ਾਸਨ ਪ੍ਰਬੰਧ ਬਾਰੇ ਤੁਸੀਂ ਕੀ ਜਾਣਦੇ ਹੋ, ਚੌਲਾਂ ਦਾ ਪ੍ਰਸ਼ਾਸਨ ਕੀ ਸੀ। ਤੇ ਇੱਕ ਤਾਂ ਇਹ ਕੁਐਸਚਨ ਕਰਾਂਗੇ ਆਪਾਂ, ਤੇ ਨਾਲ ਦੀ ਨਾਲ ਇੱਕ ਕੁਐਸਚਨ ਆਪਾਂ ਕਰਾਂਗੇ ਪਾਂਡਿਆਂ ਦੇ ਜਿਹੜੇ ਕਿ ਕਰ ਤੇ ਵਪਾਰ ਬਾਰੇ, ਪਾਂਡਿਆਂ ਦੇ ਕਰ ਤੇ ਵਪਾਰ ਬਾਰੇ ਜਾਂ ਉਹਨਾਂ ਦੇ ਅੰਤਰਗਤ ਕਰਾਦਾਨ ਤੇ ਵਪਾਰ, ਕਿਉਂਕਿ ਇਹ ਵੀ ਕੁਐਸਚਨ ਜਿਹੜੇ ਕਿ ਇੰਪੋਰਟੈਂਟ ਹੈ ਇਸੇ ਚੈਪਟਰ ਦੇ ਵਿੱਚੋਂ। ਇਹ ਦੋਨੇ ਕੁਐਸਚਨਾਂ ਦਾ ਆਨਸਰ ਇਸ ਵੀਡੀਓ 'ਚ ਕਰਾਂਗੇ ਆਪਾਂ। ਹਾਂਜੀ, ਚੌਲਾਂ ਦੇ ਪ੍ਰਸ਼ਾਸਨ ਦੇ ਵਿੱਚ ਪਹਿਲਾਂ ਤੁਸੀਂ ਜਾਣ ਪਛਾਣ 'ਚ ਲਿਖਣਾ ਕਿ ਜਿਹੜੇ ਕਿ ਚੌਲਾਂ ਦਾ ਜਿਹੜੇ ਕਿ ਸਥਾਪਨਾ 850 ਈਸਵੀ ਦੇ ਵਿੱਚ 850 ਈਸਵੀ ਦੇ ਵਿੱਚ ਵਿਜਯਾਲਿਆ ਨੇ ਕੀਤੀ ਸੀ। ਠੀਕ ਹੈ, ਵਿਜਯਾਲਿਆ ਨੇ ਕੀਤੀ ਸੀ। ਤੇ ਜਿਹੜੇ ਕਿ ਚੌਲ ਜਿਹੜਾ ਸ਼ਾਸਕ ਸੀ, ਇਹਨਾਂ ਨੇ 13ਵੀਂ ਸਦੀ ਦੇ ਸ਼ੁਰੂ ਤੱਕ ਜਿਹੜੇ ਕਿ ਰਾਜ ਕੀਤਾ। 9ਵੀਂ ਸਦੀ ਤੋਂ ਸ਼ੁਰੂ ਹੋ ਕੇ 850 ਈਸਵੀ ਤੋਂ ਸ਼ੁਰੂ ਹੋ ਕੇ ਜਿਹੜੇ ਕਿ 13ਵੀਂ ਸਦੀ ਤੱਕ ਇਹਨਾਂ ਨੇ ਰਾਜ ਕੀਤਾ। ਤੇ ਇਹਨਾਂ ਦੇ ਵਿੱਚੋਂ ਰਾਜਾ ਪਹਿਲਾ ਚੌਲ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਤੇ ਮਹਾਨ, ਠੀਕ ਆ, ਸ਼ਾਸਕ ਸੀ। ਤੇ ਇਹਨੇ ਜਿਹੜੇ ਕਿ ਇੱਕ ਮਹਾਨ ਵਿਜੇਤਾ, ਸਾਮਰਾਜਕਰਤਾ ਵਾਲੇ ਕੁਸ਼ਲ ਸ਼ਾਸਕ ਪ੍ਰਬੰਧਕ ਸੀ। ਉਸ ਤੋਂ ਬਾਅਦ ਆਉਂਦਾ ਰਜਿੰਦਰ ਪਹਿਲਾ ਜਿਹੜੇ ਕਿ ਇਹਨੇ 1014 ਤੋਂ ਲੈ ਕੇ 144 ਤੱਕ ਰਾਜ ਕੀਤਾ। ਤੇ ਰਜਿੰਦਰ ਪਹਿਲਾ ਨੇ ਜਿਹੜੇ ਕਿ ਗੰਗਈ ਕੋਂਡ ਚੋਲਾਪੁਰਮ ਨਾਂ ਦੀ ਜਿਹੜੀ ਕਿ ਉਪਾਧੀ ਧਾਰਨ ਕੀਤੀ ਸੀ। ਤੇ ਰਾਜਾ ਰਜੇਸ਼ਵਰ ਮੰਦਰ ਜਿਹੜੇ ਕਿ ਰਾਜ ਪਹਿਲੇ ਨੇ ਬਣਾਇਆ ਸੀ, ਤੁਸੀਂ ਇੰਟਰੋਡਕਸ਼ਨ 'ਚ ਲਿਖ ਲੈਣਾ। ਉਸ ਤੋਂ ਬਾਅਦ ਪਿੰਡਾਂ ਦਾ ਪ੍ਰਸ਼ਾਸਨ ਦੀਆਂ ਵਿਸ਼ੇਸ਼ਤਾਵਾਂ ਪੁੱਛ ਲਿਆ ਜਾਵੇ ਤੁਹਾਨੂੰ ਕੁਐਸਚਨ, ਜਾਂ ਸਿੱਧਾ ਹੀ ਪ੍ਰਸ਼ਾਸਨ ਪੁੱਛ ਲਿਆ ਜਾਵੇ, ਜਾਂ ਸ਼ਾਸਨ ਪ੍ਰਬੰਧ ਪੁੱਛ ਲਿਆ ਜਾਵੇ, ਤਾਂ ਸਭ ਦਾ ਇੱਕੋ ਆਨਸਰ ਆ। ਹਾਂਜੀ, ਪਹਿਲਾਂ ਕੇਂਦਰੀ ਸ਼ਾਸਨ ਪ੍ਰਬੰਧ ਦੇ ਵਿੱਚ ਰਾਜ ਜਿਹੜੇ ਕਿ ਇਹ ਸ਼ਬਦਾਂ ਦੇ ਵਿੱਚ ਜਿਹੜੇ ਮੇਨ ਹੈਡਿੰਗ ਨੇ ਉਹ ਸਾਰੇ ਸ਼ਾਸਨ ਪ੍ਰਬੰਧ 'ਚ ਸੇਮ ਹੁੰਦੇ ਨੇ ਸਟੂਡੈਂਟਸ। ਠੀਕ ਹੈ, ਕੇਂਦਰੀ ਸ਼ਾਸਨ ਪ੍ਰਬੰਧ ਦੇ ਵਿੱਚ ਰਾਜਾ ਜਿਹੜੇ ਕਿ ਸਾਰੀਆਂ ਸ਼ਕਤੀਆਂ ਦਾ ਧੁਰਾ ਹੁੰਦਾ ਤੇ ਇਹਨੂੰ ਬਹੁਤ ਸਾਰੀਆਂ ਸ਼ਕਤੀਆਂ ਹਾਸਿਲ ਹੁੰਦੀਆਂ ਨੇ। ਤੇ ਰਾਜੇ ਦੇ ਸਾਰੇ ਜਿਹੜੇ ਕਿ ਮਹੱਤਵਪੂਰਨ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਸਾਰਿਆਂ ਦੀ ਨਿਯੁਕਤੀ ਖੁਦ ਰਾਜਾ ਕਰਦਾ। ਤੇ ਰਾਜਾ ਜਿਹੜਾ ਸੈਨਾ ਦਾ ਮੁੱਖ ਸੈਨਾਪਤੀ ਹੁੰਦੇ ਤੇ ਉਹਦੀ ਆਗਿਆ ਤੋਂ ਬਿਨਾਂ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਤੇ ਰਾਜੇ ਦੇ ਮੂੰਹ ਦੇ ਵਿੱਚੋਂ ਨਿਕਲੇ ਹਰ ਸ਼ਬਦ ਜਿਹੜੀ ਕਿ ਕਾਨੂੰਨ ਸਮਝਣਾ ਸੀ। ਤੇ ਇਸੇ ਤਰ੍ਹਾਂ ਜਿਹੜੇ ਕਿ ਚੌਲ ਸ਼ਾਸਕਾਂ ਦੀਆਂ ਸ਼ਕਤੀਆਂ ਵੀ ਕਿਸੇ ਤਾਨਾਸ਼ਾਹਾਂ ਨਾਲੋਂ ਘੱਟ ਨਹੀਂ ਸੀ, ਬਟ ਫਿਰ ਵੀ ਜਿਹੜੇ ਕਿ ਉਹਨਾਂ ਦਾ ਮੁੱਖ ਉਦੇਸ਼ ਕੀ ਸੀ, ਆਪਣੀ ਪ੍ਰਜਾ ਦਾ ਕਲਿਆਣ ਕਰਨਾ। ਹਰ ਇੱਕ ਸ਼ਾਸਨ ਪ੍ਰਬੰਧ 'ਚ ਹੀ ਇਹ ਕੇਂਦਰੀ ਸ਼ਾਸਨ ਪ੍ਰਬੰਧ ਵਾਲਾ ਸੇਮ ਆ। ਠੀਕ ਹੈ, ਤੇ ਚੌਲ ਸ਼ਾਸਕਾਂ ਦਾ ਮੁੱਖ ਉਦੇਸ਼ ਆਪਣੀ ਪ੍ਰਜਾ ਦਾ ਜਿਹੜੇ ਕਿ ਕਲਿਆਣ ਕਰਨਾ, ਆਪਣੀ ਪ੍ਰਜਾ ਦਾ ਜਿਹੜੇ ਕਿ ਭਲਾਈ ਕਰਨਾ ਹੁੰਦਾ ਸੀ। ਤੇ ਇਸ ਲਈ ਉਹ ਜਿਹੜੇ ਕਿ ਰਾਜ ਦੇ ਵੱਖ-ਵੱਖ ਹਿੱਸਿਆਂ ਦਾ ਜਿਹੜੇ ਕਿ ਦੌਰਾ ਵੀ ਕਰਦੇ ਹੁੰਦੇ ਸੀ ਚੌਲ ਸ਼ਾਸਕ। ਤੇ ਚੌਲ ਸ਼ਾਸਕ ਆਪਣੀ ਪ੍ਰਜਾ ਦੇ ਵਿੱਚ ਇੰਨੇ ਜ਼ਿਆਦਾ ਹਰਮਨ ਪਿਆਰੇ ਸੀ ਕਿ ਉਹ ਆਪਣੇ ਸ਼ਾਸਕਾਂ ਨੂੰ ਤੇ ਉਹਨਾਂ ਦੀਆਂ ਰਾਣੀਆਂ ਨੂੰ ਜਿਹੜੇ ਕਿ ਮੂਰਤੀਆਂ ਬਣਾ ਕੇ ਮੰਦਰਾਂ ਦੇ ਵਿੱਚ ਰੱਖਦੇ ਸੀ ਤੇ ਉਹਨਾਂ ਨੂੰ ਦੇਵਤਿਆਂ ਦੇ ਵਾਂਗ ਪੂਜਦੇ ਸੀ। ਭਾਵ ਕਿ ਚੌਲ ਸ਼ਾਸਨ ਦੇ ਪ੍ਰਬੰਧ ਦੇ ਵਿੱਚ ਜਿਹੜੇ ਕਿ ਰਾਜੇ ਬਹੁਤ ਜ਼ਿਆਦਾ ਪ੍ਰਜਾ ਦੇ ਵਿੱਚ ਫੇਮਸ ਸੀ। ਠੀਕ ਹੈ, ਤੇ ਲੋਕ ਉਹਨਾਂ ਨੂੰ ਦੇਵੀ ਦੇਵਤਿਆਂ ਦੀ ਤਰ੍ਹਾਂ ਪੂਜਦੇ ਸੀ। ਤੇ ਸ਼ਾਸਨ ਪ੍ਰਬੰਧ ਦੇ ਵਿੱਚ ਸਹਿਯੋਗ ਦੇਣ ਲਈ ਉਹਨਾਂ ਨੇ ਕਈ ਕਰਮਚਾਰੀ ਵੀ ਨਿਯੁਕਤ ਕੀਤੇ ਹੋਏ ਹੁੰਦੇ ਸੀ। ਠੀਕ ਹੈ, ਇਹ ਪ੍ਰਾਂਤਕ ਤੇ ਸਥਾਨਕ ਪ੍ਰਸ਼ਾਸਨ। ਹਾਂਜੀ, ਪ੍ਰਾਂਤਾਂ ਜਾਂ ਮੰਡਲਮ। ਚੌਲ ਸਾਮਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀ ਤੇ 6 ਪ੍ਰਾਂਤ ਸੀ। ਠੀਕ ਆ, ਚੌਲ ਸਾਮਰਾਜਾਂ ਨੂੰ ਵੀ ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀ। 6 ਜਿਹੜੇ ਕਿ ਪ੍ਰਾਂਤ ਸੀ। ਤਾਂ ਇਹਨਾਂ ਪ੍ਰਾਂਤਾਂ ਨੂੰ ਕੀ ਕਹਿੰਦੇ ਸੀ? ਮੰਡਲਮ। ਤੇ ਮੰਡਲਮ ਦਾ ਅਧਿਕਾਰੀ ਹੁੰਦਾ ਸੀ ਜਿਹੜੇ ਕਿ ਇਹਦਾ ਮੁਖੀਆ ਹੁੰਦਾ ਸੀ, ਉਹਨੂੰ ਕਹਿੰਦੇ ਸੀ ਵਾਇਸਰਾਏ। ਠੀਕ ਹੈ, ਵਾਇਸਰਾਏ। ਤੇ ਆਮ ਤੌਰ ਤੇ ਜਿਹੜਾ ਰਾਜਕੁਮਾਰ ਜਾਂ ਰਾਜੇ ਦੇ ਰਿਸ਼ਤੇਦਾਰਾਂ ਨੂੰ ਹੀ ਜਿਹੜੇ ਕਿ ਵਾਇਸਰਾਏ ਜਾਂ ਸੂਬੇਦਾਰ ਜਿਹੜੇ ਕਿ ਨਿਯੁਕਤ ਕੀਤਾ ਜਾਂਦਾ ਸੀ। ਤੇ ਇਹਨਾਂ ਦਾ ਕੰਮ ਹੁੰਦਾ ਸੀ ਕਿ ਜਿੰਨੇ ਵੀ ਰਾਜੇ ਨੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ ਉਹਨਾਂ ਨੂੰ ਜਿਹੜੇ ਕਿ ਮੰਡਲਮ ਦੇ ਵਿੱਚ ਲਾਗੂ ਕਰਵਾਉਣਾ ਤੇ ਮੰਡਲਮ ਵਿੱਚ ਸ਼ਾਂਤੀ ਵਿਵਸਥਾ ਕਾਇਮ ਰੱਖਣਾ। ਅੱਗੇ ਆਉਣਗੇ ਵਲਨਾਡੂ, ਨਾਡੂ, ਕੁਰਮ ਤੇ ਗ੍ਰਾਮ। ਹਾਂਜੀ, ਹਰੇਕ ਮੰਡਲਮ ਕੀ ਹੋ ਗਏ? ਪ੍ਰਾਂਤਾਂ ਨੂੰ ਅੱਗੇ ਡਿਵੀਜ਼ਨਾਂ ਵਿੱਚ ਵੰਡਿਆ ਗਿਆ ਤੇ ਹਰੇਕ ਜਿਹੜੀ ਡਿਵੀਜ਼ਨ ਸੀ ਉਹਨੂੰ ਕੀ ਕਹਿੰਦੇ ਸੀ? ਵਲਨਾਡੂ। ਭਾਵ ਕਿ ਮੰਡਲਮ ਤੋਂ ਅੱਗੇ ਆਉਣਗੇ ਵਲਨਾਡੂ। ਤੇ ਹਰ ਇੱਕ ਵਲਨਾਡੂ ਨੂੰ ਅੱਗੋਂ ਫਿਰ ਨਾਡੂ ਵਿੱਚ ਵੰਡਿਆ ਗਿਆ, ਫਿਰ ਆਉਣਗੇ ਨਾਡੂ। ਠੀਕ ਆ, ਨਾਡੂ। ਤਾਂ ਫਿਰ ਹਰੇਕ ਨਾਡੂ ਨੂੰ ਅੱਗੇ ਤਹਿਸੀਲਾਂ ਵਿੱਚ ਵੰਡਿਆ ਗਿਆ, ਫਿਰ ਤਹਿਸੀਲਾਂ ਨੂੰ ਕੀ ਕਹਿੰਦੇ ਸੀ? ਕੁਰਮ। ਠੀਕ ਹੈ, ਕੁਰਮ ਜਾਂ ਕੋਟਮ। ਮਤਲਬ ਕਿ ਸਭ ਤੋਂ ਪਹਿਲਾਂ ਕੀ ਆਉਣਗੇ? ਸਭ ਤੋਂ ਪਹਿਲਾਂ ਜਿਹੜੇ ਕਿ ਮੰਡਲਮ ਜਿਹੜੇ ਪ੍ਰਾਂਤ ਸੀ, ਫਿਰ ਪ੍ਰਾਂਤਾਂ ਨੂੰ ਅੱਗੇ ਡਿਵੀਜ਼ਨਾਂ ਵਿੱਚ ਵੰਡਿਆ ਗਿਆ ਜਿਨ੍ਹਾਂ ਨੂੰ ਵਲਨਾਡੂ ਕਹਿੰਦੇ ਸੀ। ਫਿਰ ਵਲਨਾਡੂ ਨੂੰ ਅੱਗੇ ਵੰਡਿਆ ਗਿਆ, ਉਹਨੂੰ ਕਹਿੰਦੇ ਸੀ ਨਾਡੂ ਨੂੰ ਫਿਰ ਅੱਗੇ ਡਿਵਾਈਡ ਕੀਤਾ ਗਿਆ। ਠੀਕ ਹੈ, ਭਾਵ ਕਿ ਇਹ ਨਾਡੂ ਜਿਹੜੇ ਤਹਿਸੀਲਾਂ ਸੀ, ਤਹਿਸੀਲਾਂ ਨੂੰ ਅੱਗੇ ਕੁਰਮ ਦੇ ਵਿੱਚ ਡਿਵਾਈਡ ਕਰਤਾ। ਠੀਕ ਹੈ, ਕੁਰਮ ਜਾਂ ਕੋਟਮ। ਫਿਰ ਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਸੀ ਗ੍ਰਾਮ। ਠੀਕ ਹੈ, ਹੁਣ ਅੱਗੇ ਕਰਦੇ ਆਪਾਂ ਸਥਾਨਕ ਸਵੈ ਸ਼ਾਸਨ, ਜਿਹਨਾਂ ਨੂੰ ਇਹ ਜਿਹੜੇ ਕਿ ਸਥਾਨਕ ਸਵੈ ਸ਼ਾਸਨ ਇਹਨਾਂ ਦਾ ਬਹੁਤ ਜ਼ਿਆਦਾ ਜਿਹੜੇ ਕਿ ਮਹੱਤਵਪੂਰਨ ਵਿਸ਼ੇਸ਼ਤਾ ਸੀ।
ਚੌਲ ਪ੍ਰਸ਼ਾਸਨ ਦੀ। ਕੇਂਦਰੀ ਸਰਕਾਰ ਦਾ ਸਥਾਨਕ ਪ੍ਰਸ਼ਾਸਨ ਉੱਤੇ ਨਾ ਮਾਤਰ ਹੀ ਕੰਟਰੋਲ ਸੀ, ਭਾਵ ਕਿ ਜਿਹੜਾ ਸਥਾਨਕ ਪ੍ਰਸ਼ਾਸਨ ਸੀ। ਤੇ ਸਥਾਨਕ ਪ੍ਰਸ਼ਾਸਨ ਦੇ ਵਿੱਚ ਪਿੰਡਾਂ ਤੇ ਨਗਰ ਤੇ ਪਿੰਡਾਂ ਦੀਆਂ ਜਿਹੜੇ ਸਰਕਾਰਾਂ ਜਿਹੜੇ ਕਿ ਉਹ ਅਮਲੀ ਰੂਪ ਦੇ ਵਿੱਚ, ਅਸਲੀ ਰੂਪ ਦੇ ਵਿੱਚ ਆਪਣੀ ਇੱਛਾ ਅਨੁਸਾਰ ਸ਼ਾਸਨ ਚਲਾਉਂਦੇ ਸੀ। ਤੇ ਇਸ ਤੋਂ ਵਧੇਰੇ ਜ਼ਿਆਦਾ ਜਿਹੜੇ ਵਿਸ਼ੇਸ਼ਤਾ ਇਹ ਸੀ ਕਿ ਪਿੰਡਾਂ ਤੇ ਨਗਰਾਂ ਦੇ ਵਿੱਚ ਸ਼ਾਸਨ ਪ੍ਰਬੰਧ ਚਲਾਉਣ ਦਾ ਕੰਮ ਲੋਕ ਸਭਾਵਾਂ ਦੇ ਹੱਥਾਂ ਵਿੱਚ ਸੀ, ਭਾਵ ਕਿ ਲੋਕਾਂ ਦੇ ਵੱਲੋਂ ਜਿਹੜੇ ਕਿ ਕਮੇਟੀਜ਼ ਬਣੀਆਂ ਹੋਈਆਂ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਸੀ। ਤੇ ਪਿੰਡਾਂ ਦੇ ਵਿੱਚ ਉਰ ਤੇ ਸਭਾ ਇਹ ਦੋ ਜਿਹੜੇ ਕਿ ਇਹਨਾਂ ਦੇ ਵਿੱਚ ਕਮੇਟੀਆਂ ਸੀ, ਦੋ ਸਭਾਵਾਂ ਸੀ ਪਿੰਡਾਂ ਵਿੱਚ ਚੌਲਾਂ ਦੇ ਅਧੀਨ, ਉਰ ਤੇ ਸਭਾ। ਉਰ ਪਿੰਡਾਂ ਦੇ ਸਾਰੇ ਲੋਕਾਂ ਦੀ ਸਭਾ ਹੁੰਦੀ ਸੀ, ਜਿਵੇਂ ਆਪਾਂ ਨੇ ਕੀਤਾ ਸੀ ਕਿ ਰਿਗਵੇਦੀ ਕਾਲ ਦੇ ਵਿੱਚ ਸਭਾ ਤੇ ਸਮਿਤੀ ਹੁੰਦੀ ਸੀ, ਹਨਾ। ਸੇਮ ਉਸੇ ਤਰ੍ਹਾਂ ਇਹਨਾਂ ਦੇ ਵਿੱਚ ਹੁੰਦਾ ਸੀ ਉਰ ਤੇ ਸਭਾ। ਉਰ ਦੇ ਵਿੱਚ ਸਾਰੇ ਲੋਕ ਸ਼ਾਮਲ ਹੁੰਦੇ ਸੀ, ਠੀਕ ਹੈ, ਸਾਰੇ ਲੋਕਾਂ ਦੀ ਸਭਾ ਹੁੰਦੀ ਸੀ। ਤੇ ਸਭਾ ਦੇ ਵਿੱਚ ਕੇਵਲ ਸਿਰਫ ਪਿੰਡ ਦੇ ਬ੍ਰਾਹਮਣ ਹੁੰਦੇ ਸੀ। ਉਰ ਦੇ ਵਿੱਚ ਤਾਂ ਸਾਰੇ ਲੋਕ ਸ਼ਾਮਲ ਹੋ ਗਏ ਪਿੰਡ ਦੇ, ਬਟ ਜਿਹੜੀ ਹੁੰਦੀ ਸੀ ਸਭਾ, ਇਹਦੇ ਵਿੱਚ ਕੇਵਲ ਪਿੰਡ ਦੇ ਬ੍ਰਾਹਮਣ ਹੁੰਦੇ ਸੀ। ਤੇ ਇਹਨਾਂ ਦੀ ਮੀਟਿੰਗਾਂ ਬੁਲਾਉਣ ਲਈ ਢੋਲ ਵਜਾ ਕੇ ਜਿਹੜੇ ਕਿ ਕੀਤੀ ਜਾਂਦੀ ਸੀ, ਭਾਵ ਕਿ ਸੂਚਿਤ ਕੀਤਾ ਜਾਣਾ ਹੁੰਦਾ ਸੀ, ਜਿਨ੍ਹਾਂ ਦੇ ਵਿੱਚੋਂ ਨੌਜਵਾਨ ਬੁੱਢੇ ਸਾਰੇ ਹਾਜ਼ਰ ਹੁੰਦੇ ਸੀ। ਤੇ ਮੀਟਿੰਗ ਦੌਰਾਨ ਮੰਦਰਾਂ ਦੇ ਵਿੱਚ ਮੀਟਿੰਗਾਂ ਜਿਹੜੀ ਕਿ ਆਮ ਤੌਰ ਤੇ ਮੰਦਰਾਂ ਦੇ ਵਿੱਚ ਹੁੰਦੀਆਂ ਸੀ। ਕਦੇ ਕਦਾਈ ਪਿੰਡਾਂ ਦੇ ਬਾਹਰ ਤਲਾਅ ਦੇ ਕੰਢੇ ਤੇ ਜਾਂ ਕਿਸੇ ਦਰਖਤ ਥੱਲੇ ਵੀ ਮੀਟਿੰਗਾਂ ਬੁਲਾਈਆਂ ਜਾਂਦੀਆਂ ਸੀ। ਤੇ ਇਹਨਾਂ ਸਭਾਵਾਂ ਨੂੰ ਪਿੰਡ ਦੇ ਸ਼ਾਸਨ ਦੇ ਸਾਰੇ ਅਧਿਕਾਰ ਤੇ ਸ਼ਕਤੀਆਂ ਪ੍ਰਾਪਤ ਸੀ, ਤੇ ਉਹ ਲੋਕਾਂ ਉੱਤੇ ਕੋਈ ਵੀ ਟੈਕਸ ਲਗਾ ਸਕਦੇ ਸੀ ਜਾਂ ਮਾਫ ਕਰ ਸਕਦੇ ਸੀ, ਤੇ ਲੋਕ ਭਲਾਈ ਦੇ ਲਈ ਧਨ ਖਰਚ ਕਰ ਸਕਦੇ ਸੀ, ਤੇ ਜ਼ਮੀਨਾਂ ਦੇ ਝਗੜਿਆਂ ਦਾ ਨਿਪਟਾਰਾ ਕਰਦੇ ਸੀ। ਪਿੰਡ ਦੇ ਸ਼ਾਸਨ ਵਿੱਚ ਸਹਾਇਤਾ ਕਰਨ ਦੇ ਲਈ ਕਰਮਚਾਰੀ ਨਿਯੁਕਤ ਹੁੰਦੇ ਸੀ, ਠੀਕ, ਕਰਮਚਾਰੀ ਨਿਯੁਕਤ ਕਰਦੀ ਸੀ ਇਹ ਜਿਹੜੇ ਕਿ ਉਰ ਤੇ ਸਭਾ। ਤੇ ਅਪਰਾਧੀਆਂ ਨੂੰ ਸਜ਼ਾਵਾਂ ਦਿੰਦੀਆਂ ਸੀ, ਤੇ ਤਲਾਵਾਂ, ਹਸਪੀਟਲਾਂ, ਮੰਦਰਾਂ, ਧਰਮਸ਼ਾਲਾ, ਸਕੂਲਾਂ ਦਾ ਪ੍ਰਬੰਧ ਕਰਦੀਆਂ ਸੀ। ਤੇ ਇਹਨਾਂ ਸਾਰੇ ਕੰਮਾਂ ਦੇ ਲਈ ਉਹਨਾਂ ਨੂੰ ਰਾਜੇ ਦੀ ਮਨਜ਼ੂਰੀ ਜਿਹੜੀ ਕਿ ਨਹੀਂ ਲੈਣੀ ਪੈਂਦੀ ਸੀ, ਭਾਵ ਕਿ ਜਿਹੜੀ ਸਭਾ ਤੇ ਉਰ ਸੀ ਇਹਨਾਂ ਨੂੰ ਕੋਈ ਮਨਜ਼ੂਰੀ ਨਹੀਂ ਲੈਣੀ ਪੈਂਦੀ ਸੀ, ਇਹਨਾਂ ਦੇ ਜਿਹੜੇ ਕਿ ਆਪਣੇ ਅਧਿਕਾਰ ਦਿੱਤੇ ਹੋਏ ਸੀ ਇਹਨਾਂ ਨੂੰ। ਤੇ ਸਭਾਵਾਂ ਲਈ ਕਈ ਕਮੇਟੀਆਂ ਚੁਣ ਲੈਂਦੀਆਂ ਸੀ, ਠੀਕ ਹੈ, ਤੇ ਜਿਨ੍ਹਾਂ ਨੂੰ ਵੱਖ-ਵੱਖ ਕੰਮ ਸੌਂਪੇ ਜਾਂਦੇ ਸੀ। ਜਿਵੇਂ ਪਿੰਡਾਂ ਵਾਂਗ ਨਗਰਾਂ ਦੇ ਵਿੱਚ ਵੀ ਸਭਾਵਾਂ ਹੁੰਦੀਆਂ ਸੀ, ਜਿਵੇਂ ਨਗਰਮ, ਨਤਾਰ, ਇਹ ਸਾਰੇ ਨਗਰਮ ਵੱਡੇ ਵਪਾਰਕ ਸ਼ਹਿਰਾਂ ਵਿੱਚ ਵਪਾਰੀਆਂ ਦੀ ਸਭਾ ਨੂੰ ਕਹਿੰਦੇ ਸੀ। ਤੇ ਜ਼ਿਲ੍ਹੇ ਜਾਂ ਨਾਡੂ ਦੀ ਸਭਾ ਨੂੰ ਨਤਾਰ ਕਿਹਾ ਜਾਂਦਾ ਸੀ, ਤੇ ਜਿਸ ਨੂੰ ਨਾਡੂ ਦੇ ਸ਼ਾਸਨ ਪ੍ਰਬੰਧ ਸੰਬੰਧੀ ਕਈ ਸ਼ਕਤੀਆਂ ਤੇ ਅਧਿਕਾਰ ਪ੍ਰਾਪਤ ਸੀ, ਤੇ ਕੇਂਦਰੀ ਸਰਕਾਰ ਦਾ ਇਸ ਉੱਤੇ ਬਹੁਤ ਕੰਟਰੋਲ ਘੱਟ ਹੁੰਦਾ ਸੀ। ਤੇ ਜੇ ਤੁਹਾਨੂੰ ਇੰਨਾ ਯਾਦ ਨਹੀਂ ਹੁੰਦਾ ਤਾਂ ਸਟੂਡੈਂਟਸ ਤੁਸੀਂ ਇਹਨੂੰ ਇੰਨਾ ਕੁ ਯਾਦ ਕਰ ਸਕਦੇ ਹੋ ਕਿ ਇਹਨਾਂ ਨੂੰ ਮਨਜ਼ੂਰੀ ਨਹੀਂ ਲੈਣੀ ਪੈਂਦੀ ਸੀ ਇੱਥੇ ਤੱਕ, ਠੀਕ ਹੈ, ਉਰ ਤੇ ਸਭਾ ਬਾਰੇ। ਨੈਕਸਟ, ਜਿਵੇਂ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਦੱਸਿਆ ਕਿ ਲੌਂਗ ਕੁਐਸਚਨ ਯਾਦ ਕਰਨ ਦਾ ਸਭ ਤੋਂ ਵਧੀਆ ਢੰਗ ਇਹੀ ਹੁੰਦਾ ਕਿ ਸਭ ਤੋਂ ਪਹਿਲਾਂ ਤੁਸੀਂ ਉਹਦੀ ਜਾਣ ਪਛਾਣ ਇੰਟਰੋਡਕਸ਼ਨ ਬਣਾਓ, ਫਿਰ ਜਿਹੜੇ ਹੈਡਿੰਗਸ ਨੇ ਹੈਡਿੰਗ ਯਾਦ ਕਰੋ। ਸਭ ਤੋਂ ਵੱਧ ਤੁਹਾਡੇ ਹੈਡਿੰਗ ਯਾਦ ਹੋਣੇ ਚਾਹੀਦੇ ਨੇ। ਵਿੱਚੋਂ ਤਾਂ ਬੇਸ਼ੱਕ ਤੁਸੀਂ ਜੇ ਕੋਈ ਵੀ ਤੁਸੀਂ ਹੈਡਿੰਗ ਲਿਖਿਆ ਉਹਦੇ 4-5 ਲਾਈਨਾਂ ਦੇ ਵਿੱਚ ਵੇਰਵਾ ਦੇ ਦਿਓ, ਉਹ ਵੀ ਸਫੀਸ਼ੀਐਂਟ ਆ, ਠੀਕ ਹੈ। ਹੈਡਿੰਗਸ ਯਾਦ ਹੋਣੇ ਚਾਹੀਦੇ ਨੇ, ਹੈਡਿੰਗ ਤੁਹਾਡੇ ਅੰਡਰਲਾਈਨ ਕੀਤੇ ਹੋਏ ਹੋਣੇ ਚਾਹੀਦੇ ਨੇ। ਤੇ ਉਸ ਤੋਂ ਬਾਅਦ ਐਂਡ 'ਚ ਤੁਸੀਂ ਸਿੱਟਾ ਜ਼ਰੂਰ ਕੱਢਣਾ ਵੀ ਤੁਸੀਂ ਕੀ ਆਨਸਰ ਕੀਤਾ, ਉਹਨੂੰ ਐਂਡ 'ਚ ਥੋੜ੍ਹੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ 5-6 ਲਾਈਨਾਂ ਦੇ ਵਿੱਚ ਲਿਖਣਾ ਜ਼ਰੂਰੀ ਹੁੰਦਾ, ਠੀਕ ਹੈ, ਸਿੱਟਾ ਹੈਡਿੰਗ ਬਣਾ ਕੇ। ਹੁਣ ਇਹਦੇ ਵਿੱਚ ਆਪਾਂ ਨੇ ਜਿਹੜੇ ਕਿ ਪਹਿਲਾਂ ਕੇਂਦਰੀ ਸ਼ਾਸਨ ਪ੍ਰਬੰਧ ਕੀਤਾ ਸੀ, ਫਿਰ ਆਪਾਂ ਪ੍ਰਾਂਤਕ ਤੇ ਸਥਾਨਕ ਸ਼ਾਸਨ ਪ੍ਰਬੰਧ ਕੀਤਾ, ਜਿਹਦੇ ਵਿੱਚ ਪ੍ਰਾਂਤ ਜਾਂ ਮੰਡਲਮ, ਵਰਨਾਡੂ, ਨਾਡੂ, ਕੁਰਮ ਤੇ ਗ੍ਰਾਮ। ਫਿਰ ਆਪਾਂ ਜਿਹੜੇ ਕਿ ਇਹਦੇ ਵਿੱਚ 3rd ਪੁਆਇੰਟ ਸੀ ਸਥਾਨਕ ਸਵੈ ਸ਼ਾਸਨ ਸਭਾਵਾਂ, ਠੀਕ ਹੈ। ਨੈਕਸਟ ਅੱਗੇ ਆਪਾਂ ਦੇਖਦੇ ਹਾਂ ਵਿੱਤੀ ਪ੍ਰਬੰਧ। ਹਾਂਜੀ, ਵਿੱਤੀ ਪ੍ਰਬੰਧ ਦੇ ਵਿੱਚ ਪਹਿਲਾਂ ਆਉਂਦਾ ਭੂਮੀ ਕਰ। ਹਾਂਜੀ, ਚੌਲ ਸਮਰਾਟਾਂ ਦਾ ਜਿਹੜੇ ਕਿ ਸਾਮਰਾਜ ਦੀ ਆਮਦਨ ਦਾ ਮੁੱਖ ਸਾਧਨ ਸੀ ਭੂਮੀ ਕਰ। ਇਹਦੇ ਲਈ ਚੌਲ ਸਮਰਾਟਾਂ ਨੇ ਲਗਾਨ ਵਿਵਸਥਾ ਜਿਹੜੀ ਕਿ ਵਿਸ਼ੇਸ਼ ਧਿਆਨ ਦਿੱਤਾ ਹੋਇਆ ਸੀ ਇਹਦੇ ਪ੍ਰਤੀ। ਰਾਜ ਪਹਿਲੇ ਦੇ ਸ਼ਾਸਨ ਕਾਲ ਦੇ ਵਿੱਚ ਸਾਰੀ ਭੂਮੀ ਨੂੰ ਚੰਗੀ ਤਰ੍ਹਾਂ ਜਿਹੜੀ ਕਿ ਪੈਮਾਇਸ਼ ਕਰਵਾਈ ਗਈ। ਫਿਰ ਭੂਮੀ ਨੂੰ ਇਕਾਈ, ਜਿਹਨੂੰ ਆਪਾਂ ਕਹਿੰਦੇ ਹਾਂ ਵੇਲੀ, ਠੀਕ ਹੈ, ਇਹ ਹੁੰਦੀ ਸੀ। ਤੇ ਅਨਾਜ ਦੀ ਕਲਮ ਲਗਭਗ 3 ਮਣ ਦੀ ਭੂਮੀ ਦਾ ਜਿਹੜੇ ਕਿ 12 ਹਿੱਸਿਆਂ ਵਿੱਚ ਵਰਗੀਕਰਨ ਕੀਤਾ ਗਿਆ। ਤੁਸੀਂ ਇਹ ਯਾਦ ਹੁੰਦਾ ਤਾਂ ਠੀਕ ਹੈ, ਨਹੀਂ ਤੁਸੀਂ ਸਿਰਫ ਇੰਨਾ ਲਿਖ ਸਕਦੇ ਹੋ ਕਿ ਰਾਜ ਪਹਿਲੇ ਦੇ ਸ਼ਾਸਨ ਕਾਲ ਦੇ ਵਿੱਚ ਸਾਰੀ ਭੂਮੀ ਦੀ ਜਿਹੜੀ ਕਿ ਚੰਗੇ ਤਰੀਕੇ ਨਾਲ ਪੈਮਾਇਸ਼ ਕਰਵਾਈ ਗਈ ਤੇ ਜਿਹੜੀ ਉਪਜਾਊ ਭੂਮੀ ਹੁੰਦੀ ਸੀ, ਜਰਖੇਜ਼ ਭੂਮੀ, ਉਹ ਤੋਂ 1/4 ਜਾਂ 1/3 ਜਿਹੜੇ ਕਿ ਟੈਕਸ ਲਿਆ ਜਾਂਦਾ ਸੀ। ਤੇ ਘੱਟ ਉਪਜਾਊ ਤੋਂ ਜਿਹੜੇ ਕਿ 1/5 1/6, ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੀ ਕਿ ਘੱਟ ਉਪਜਾਊ ਤੋਂ ਘੱਟ ਟੈਕਸ ਲਿਆ ਜਾਂਦਾ ਸੀ, ਜਿਹੜੀ ਉਪਜਾਊ ਹੁੰਦੀ ਸੀ ਉਹ ਤੋਂ ਵੱਧ ਲਿਆ ਜਾਂਦਾ ਸੀ। ਤੇ ਕਿਸਾਨਾਂ ਕੋਲੋਂ ਸੋਨੇ ਦੇ ਸਿੱਕਿਆਂ ਜਾਂ ਜਿੰਸ ਕਿਸੇ ਵੀ ਰੂਪ ਦੇ ਵਿੱਚ ਜਿਹੜੇ ਕਿ ਭੂਮੀ ਟੈਕਸ ਜਿਹੜੇ ਕਿ ਉਹ ਦੇ ਸਕਦੇ ਸੀ, ਭਾਵ ਕਿ ਕਿਸਾਨਾਂ ਨੂੰ ਭੂਮੀ ਟੈਕਸ ਜਾਂ ਤਾਂ ਉਹ ਜਿਹੜੇ ਕਿ ਸੋਨੇ ਦੇ ਸਿੱਕੇ ਦੇ ਸਕਦੇ ਸੀ, ਜਾਂ ਜਿੰਸ ਭਾਵ ਕਿ ਜਿਹੜੇ ਵੀ ਉਹਨਾਂ ਦੀ ਜਿਹੜੇ ਉਤਪਾਦਨ ਉਹਨਾਂ ਨੇ ਕੀਤਾ ਹੋਇਆ ਅਨਾਜ, ਚਾਹੇ ਕਣਕ ਸੀ ਜਾਂ ਜਿਹੜਾ ਵੀ ਅਨਾਜ ਸੀ, ਉਹਦੇ ਰੂਪ ਦੇ ਵਿੱਚ ਵੀ ਦੇ ਸਕਦੇ ਸੀ ਉਹ ਟੈਕਸ। ਤੇ ਲਗਾਨ ਦੀ ਨਿਸ਼ਚਿਤ ਰਕਮ ਕੇਂਦਰੀ ਸਰਕਾਰ ਨੂੰ ਪਹੁੰਚਾਉਣਾ ਪਿੰਡ ਦੀ ਜਿਹੜੀ ਸਭਾ ਸੀ ਉਹਦੀ ਜ਼ਿੰਮੇਵਾਰੀ ਹੁੰਦੀ ਸੀ। ਜੇ ਕੋਈ ਕਿਸਾਨ 2-3 ਵਰੇ ਜਿਹੜੇ ਕਿ ਭੂਮੀ ਟੈਕਸ ਨਹੀਂ ਦਿੰਦਾ ਸੀ ਤਾਂ ਪਿੰਡ ਦੀ ਸਭਾ ਉਹਦੀ ਭੂਮੀ ਨੂੰ ਵੇਚ ਦਿੰਦੀ ਸੀ, ਭਾਵ ਕਿ ਨਿਲਾਮ ਕਰ ਦਿੰਦੇ ਸੀ। ਤੇ ਕਿਸਾਨਾਂ ਦੀ ਭਲਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਸੀ। ਹੜ੍ਹ ਜਾਂ
ਕਾਲ ਦੇ ਵਿੱਚ ਜਿਹੜੀ ਕਿ ਭੂਮੀ ਟੈਕਸ ਆ ਮਾਫ ਕਰ ਦਿੱਤਾ ਜਾਂਦਾ ਸੀ। ਤੇ ਚੌਲ ਰਾਜੇ ਨੇ ਕਿਸਾਨਾਂ ਨੂੰ ਸਿੰਚਾਈ ਦੀਆਂ ਸਹੂਲਤਾਂ ਲਈ ਕਾਵੇਰੀ ਨਦੀ ਤੋਂ ਨਹਿਰਾਂ ਕਢਵਾਈਆਂ ਸੀ ਤੇ ਕਈ ਤਲਾਬ ਵੀ ਜਿਹੜੇ ਕਿ ਬਣਵਾਏ ਸੀ। ਤੇ ਇਸ ਤੋਂ ਇਲਾਵਾ ਹੁਣ ਆਮਦਨ ਦੇ ਹੋਰ ਸਾਧਨ ਕਿਹੜੇ ਵਿੱਤੀ ਪ੍ਰਬੰਧ ਦੇ ਵਿੱਚ ਨੈਕਸਟ ਜਿਹੜੇ ਕਿ ਵਿੱਤੀ ਪ੍ਰਬੰਧ 'ਚ ਪੁਆਇੰਟ ਆ ਜਾਊਗਾ ਆਮਦਨ ਦੇ ਹੋਰ ਸਾਧਨ। ਇਹ ਸਾਰਿਆਂ 'ਚ ਸਟੂਡੈਂਟ ਸੇਮ ਆਉਂਦੇ ਹੁੰਦੇ ਨੇ ਵੀ ਜਿਵੇਂ ਵਿੱਤੀ ਪ੍ਰਬੰਧ ਦੇ ਵਿੱਚ ਪਹਿਲਾਂ ਹੋ ਜਾਊਗਾ ਭੂਮੀ ਕਰ, ਫਿਰ ਆਮਦਨ ਦੇ ਹੋਰ ਸਾਧਨ, ਫਿਰ ਖਰਚ। ਠੀਕ ਹੈ, ਇਹ 3 ਪੁਆਇੰਟ ਹਰ ਇੱਕ ਦੇ ਸ਼ਾਸਨ ਪ੍ਰਬੰਧ 'ਚ ਆਉਂਦੇ ਹੁੰਦੇ ਨੇ। ਭੂਮੀ ਕਰ ਤੋਂ ਇਲਾਵਾ ਸਰਕਾਰ ਦੀ ਆਮਦਨ ਦਾ ਕਈ ਹੋਰ ਸਾਧਨ ਸੀ ਜਿਵੇਂ ਚੁੰਗੀ, ਜੁਰਮਾਨੇ, ਸਿੰਚਾਈ ਕਰ, ਵਪਾਰਿਕ ਵਸਤਾਂ ਤੇ ਟੈਕਸ, ਜੰਗਲ ਖਾਨਾ, ਨਮਕ ਕਰ, ਪਸ਼ੂਆਂ ਤੇ ਕਰ, ਸਰਕਾਰੀ ਕਰਜ਼ਿਆਂ ਉੱਤੇ ਜਿਹੜੇ ਕਿ ਵਿਆਜ ਇਹ ਤੇ ਕਰ ਹੁੰਦਾ ਸੀ। ਜਿਹੜਾ ਖਰਚ ਸਰਕਾਰ ਜਿਹੜੇ ਕਿ ਖਰਚ ਕਿੱਥੇ ਕਰਦੀ ਸੀ ਆਪਣਾ ਸਾਰਾ ਪੈਸਾ ਸਿਵਲ ਪ੍ਰਬੰਧ, ਸੈਨਾ ਦੇ ਹਥਿਆਰ, ਸਮੁੰਦਰੀ ਜਹਾਜ਼, ਰਾਜ ਮਹਿਲਾਂ ਤੇ ਉਸਾਰੀ ਇਮਾਰਤਾਂ, ਨਹਿਰਾਂ, ਤਲਾਵਾਂ ਦੀ ਉਸਾਰੀ ਦੇ ਵਿੱਚ। ਤੇ ਸਿਵਲ ਸ਼ਾਸਨ ਪ੍ਰਬੰਧ ਦਾ ਖਰਚਾ ਪਿੰਡ ਦੀ ਆਮਦਨ ਦੇ ਵਿੱਚੋਂ ਕੀਤਾ ਜਾਂਦਾ ਸੀ। ਤੇ ਉੱਪਰਲੇ ਤੇ ਹੇਠਲੇ ਜਿਹੜੇ ਰਾਜ ਦੇ ਅਧਿਕਾਰੀ ਸੀ ਉਹਨਾਂ ਨੂੰ ਵੇਤਨ ਵਜੋਂ ਕੁਝ ਨਿਸ਼ਚਿਤ ਭੂਮੀ ਕਰ ਜਿਹੜੇ ਕਿ ਸੌਂਪਿਆ ਜਾਂਦਾ ਸੀ। ਤੇ ਇਹ ਸਾਰਾ ਖਰਚਾ ਕੱਢ ਕੇ ਬਾਕੀ ਜਿਹੜੀ ਰਕਮ ਬਚਦੀ ਸੀ ਉਹ ਕੇਂਦਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਹੁੰਦੀ ਸੀ। ਨੈਕਸਟ ਅੱਗੇ ਆ ਜਾਊਗਾ ਸਟੂਡੈਂਟਸ ਤੇ ਅਗਲਾ ਜਿਹੜਾ ਕਿ ਆਪਣਾ ਆ ਜਾਊਗਾ ਨਿਆਂ ਪ੍ਰਬੰਧ। ਹਾਂਜੀ, ਨਿਆਂ ਪ੍ਰਬੰਧ ਆ ਚੌਲ ਸਾਮਰਾਜ ਦੇ ਵਿੱਚ ਜਿਹੜੇ ਕਿ ਨਿਆਂ ਦਾ ਮੁੱਖ ਰੂਪ ਸਥਾਨਕ ਪ੍ਰਸ਼ਾਸਨ ਨਾਲ ਸੰਬੰਧਿਤ ਸੀ। ਸਥਾਨਕ ਪ੍ਰਸ਼ਾਸਨ ਨਾਲ ਸੰਬੰਧਿਤ ਸੀ। ਪਿੰਡਾਂ ਤੇ ਨਗਰ ਦੀਆਂ ਜਿਹੜੀ ਕਿ ਸਭਾਵਾਂ ਮੁਕੱਦਮਿਆਂ ਦਾ ਫੈਸਲਾ ਕਰਦੀਆਂ ਸੀ ਤੇ ਅਪਰਾਧੀਆਂ ਨੂੰ ਸਜ਼ਾਵਾਂ ਦਿੰਦੀਆਂ ਸੀ। ਤੇ ਜੂਰੀ ਪ੍ਰਥਾ ਜਿਹੜੀ ਕਿ ਅੰਗਰੇਜ਼ਾਂ ਦਾ ਜਮਾਂਤਰੂ ਹੱਕ ਮੰਨਿਆ ਜਾਂਦਾ, ਕਿਹਾ ਜਾਂਦਾ ਕਿ ਭਾਰਤ ਵਿੱਚ ਕਦੀ ਹੋਂਦ ਨਹੀਂ ਆਈ ਸੀ ਤੇ ਚੌਲਾਂ ਦੇ ਸਮੇਂ ਇਹ ਪੂਰਨ ਰੂਪ ਦੇ ਵਿੱਚ ਪ੍ਰਚਲਿਤ ਸੀ ਜੂਰੀ ਪ੍ਰਥਾ। ਤੇ ਸਭਾ ਤੋਂ ਬਿਨਾਂ ਗਵਰਨਰ ਕਿਸੇ ਵੀ ਮੁਕੱਦਮੇ ਦਾ ਫੈਸਲਾ ਨਹੀਂ ਕਰ ਸਕਦਾ ਸੀ। ਠੀਕ ਹੈ, ਪਰੰਤੂ ਜਿਹੜੀ ਸਭਾ ਹੁੰਦੀ ਸੀ ਜਿਹਦੇ ਵਿੱਚ ਬ੍ਰਾਹਮਣ ਹੁੰਦੇ ਸੀ, ਠੀਕ ਹੈ, ਸਭਾ ਦੇ ਵਿੱਚ, ਤੇ ਜਿਹੜੀ ਉਰ ਹੁੰਦੀ ਸੀ ਉਹਦੇ ਵਿੱਚ ਸਾਰੇ ਪਿੰਡ ਦੇ ਹੁੰਦੇ ਸੀ। ਤੇ ਸਭਾ ਦੇ ਵਿੱਚ ਗਵਰਨਰ ਤੋਂ ਬਿਨਾਂ ਮੁਕੱਦਮੇ ਦਾ ਫੈਸਲਾ ਕਰ ਸਕਦੀ ਸੀ, ਪਰੰਤੂ ਸਭਾ, ਠੀਕ ਹੈ, ਭਾਵ ਕਿ ਗਵਰਨਰ ਬਿਨਾਂ ਸਭਾ ਤੋਂ ਫੈਸਲੇ ਨਹੀਂ ਦੇ ਸਕਦਾ ਸੀ। ਬਟ ਜਿਹੜੀ ਸਭਾ ਉਹ ਬਿਨਾਂ ਗਵਰਨਰ ਤੋਂ ਵੀ ਫੈਸਲੇ ਦੇ ਸਕਦੀ ਸੀ, ਭਾਵ ਕਿ ਸਭਾ ਨੂੰ ਬਹੁਤ ਜ਼ਿਆਦਾ ਰਾਈਟ ਹਾਸਿਲ ਸੀ। ਤੇ ਪਿੰਡ ਦੀ ਸਭਾ ਦੇ ਵਿੱਚ ਹਰ ਕਿਸਮ ਦੇ ਦੀਵਾਨੀ, ਫੌਜਦਾਰੀ ਫੈਸਲਾ ਹੁੰਦਾ ਸੀ। ਠੀਕ ਹੈ, ਕੀਤਾ ਜਾਂਦਾ ਸੀ ਇਹਦੇ ਦੁਆਰਾ। ਤੇ ਆਮ ਤੌਰ ਤੇ ਫੈਸਲਾ ਆਖਰੀ ਸਮਝਿਆ ਜਾਂਦਾ ਸੀ। ਤੇ ਕਦੇ ਕਦਾਈ ਫੈਸਲੇ ਦੇ ਵਿਰੁੱਧ ਨਾਡੂ ਦੇ ਰਾਜ ਅਧਿਕਾਰੀ ਨੂੰ ਜਿਹੜੀ ਅਪੀਲ ਵੀ ਕੀਤੀ ਜਾਂਦੀ ਸੀ। ਸਭ ਤੋਂ ਵੱਡੀ ਅਦਾਲਤ ਰਾਜੇ ਦੀ ਹੁੰਦੀ ਸੀ ਜਿਹਨੂੰ ਕਹਿੰਦੇ ਸੀ ਧਰਮਾਸਨ ਕਿਹਾ ਜਾਂਦਾ ਸੀ। ਚੌਲਾਂ ਦੇ ਸਮੇਂ ਜਿਹੜੀ ਸਭ ਤੋਂ ਵੱਡੀ ਅਦਾਲਤ ਸੀ ਉਹਨੂੰ ਧਰਮਾਸਨ ਕਿਹਾ ਜਾਂਦਾ ਸੀ ਤੇ ਇਹ ਰਾਜੇ ਦੀ ਅਦਾਲਤ ਹੁੰਦੀ ਸੀ। ਤੇ ਆਮ ਤੌਰ ਤੇ ਰਾਜੇ ਜਾਂ ਰਾਜੇ ਦੇ ਰਿਸ਼ਤੇਦਾਰਾਂ ਦੇ ਵਿਰੁੱਧ ਜੇ ਅਪਰਾਧਾਂ ਦੇ ਮੁਕੱਦਮੇ ਦਾ ਫੈਸਲਾ ਜਿਹੜੇ ਕਿ ਰਾਜਾ ਖੁਦ ਕਰਦਾ ਸੀ। ਤੇ ਸਜ਼ਾਵਾਂ ਉਸ ਸਮੇਂ ਸਖਤ ਨਹੀਂ ਸੀ। ਮੌਤ ਦੀ ਸਜ਼ਾ ਬਹੁਤ ਘੱਟ ਦਿੱਤੀ ਜਾਂਦੀ ਸੀ। ਕੇਵਲ ਜਿਹੜੇ ਮੈਸੂਰ ਦੇ ਪ੍ਰਦੇਸ਼ਾਂ ਦੇ ਵਿੱਚ ਕਾਤਲਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ, ਕੁਝ ਆਪਾਂ ਨੂੰ ਐਗਜ਼ਾਮਪਲਸ ਮਿਲਦੀਆਂ ਨੇ, ਬਾਕੀ ਜਿਹੜੇ ਕਿ ਸਜ਼ਾ ਉਹਨਾਂ ਦਾ ਜੁਰਮਾਨਾ ਹੀ ਹੁੰਦੀ ਸੀ। ਤੇ ਕਤਲ ਦੇ ਅਪਰਾਧ ਦੇ ਵਿੱਚ ਵੀ ਅਪਰਾਧੀਆਂ ਨੂੰ ਮੰਦਰਾਂ ਦੇ ਵਿੱਚ ਸਦਾ ਜਿਹੜੇ ਕਿ ਲੈਂਪ ਜਗੇ ਰਹਿਣ ਦੇ ਖਰਚ ਵਜੋਂ ਕੁਝ ਗਊਆਂ ਜਾਂ ਭੇਡਾਂ ਜਿਹੜੇ ਕਿ ਜੁਰਮਾਨਾ ਦੇਣਾ ਪੈਂਦਾ ਸੀ ਉਹਨਾਂ ਨੂੰ। ਤੇ ਕਈ ਅਪਰਾਧੀਆਂ ਦੀ ਜਾਇਦਾਦ ਜਿਹੜੀ ਕਿ ਜ਼ਬਤ ਕਰ ਲਈ ਜਾਂਦੀ ਸੀ, ਭਾਵ ਕਿ ਉਹਨਾਂ ਨੂੰ ਜੁਰਮਾਨੇ ਦੇ ਤੌਰ ਤੇ ਜਾਂ ਉਹਨਾਂ ਦੀ ਜ਼ਮੀਨ ਵੇਚ ਦਿੱਤੀ ਜਾਂਦੀ ਸੀ। ਤੇ ਜੇ ਕੋਈ ਚੋਰੀ ਕਰਦਾ ਸੀ ਜਾਂ ਜਾਲਸਾਜ਼ੀ ਦਾ ਬਦਕਾਰੀ ਦੇ ਅਪਰਾਧੀਆਂ ਨੂੰ ਜਿਹੜੇ ਪਿੰਡ ਦੀ ਸਭਾ ਦੀ ਕਮੇਟੀ ਦੇ ਮੈਂਬਰ ਚੁਣੇ ਜਾਣ ਦੇ ਅਯੋਗ ਕਰਾ ਦਿੱਤਾ ਜਾਂਦਾ ਸੀ, ਭਾਵ ਕਿ ਉਹਨਾਂ ਨੂੰ ਕਦੇ ਵੀ ਕਮੇਟੀ ਦੇ ਮੈਂਬਰ ਨਹੀਂ ਬਣਾਇਆ ਜਾਣਾ ਸੀ। ਤੇ ਕਈ ਵਾਰੀ ਜਿਹੜੇ ਕਿ ਅਪਰਾਧੀ ਨੂੰ ਗਧੇ ਉੱਤੇ ਬਿਠਾ ਕੇ ਉਹਦਾ ਜਿਹੜੇ ਕਿ ਅਪਮਾਨ ਕੀਤਾ ਜਾਂਦਾ ਸੀ। ਮਤਲਬ ਕਿ ਐਵੇਂ ਦੀਆਂ ਸਜ਼ਾਵਾਂ ਸੀ, ਕੁਛ ਜ਼ਿਆਦਾ ਸਖਤ ਨਹੀਂ ਸੀ। ਤੇ ਸਜ਼ਾਵਾਂ ਹਲਕੀਆਂ ਹੋਣ ਕਰਕੇ ਅਪਰਾਧ ਜਿਹੜੇ ਕਿ ਹੋਣ ਦੇ ਬਾਵਜੂਦ ਵੀ ਅਪਰਾਧ ਬਹੁਤ ਘੱਟ ਹੁੰਦੇ ਸੀ। ਚੌਲ ਸਾਮਰਾਜ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਆਮ ਤੌਰ ਤੇ ਸ਼ਾਂਤੀ ਦੀ ਵਿਵਸਥਾ ਸੀ। ਨੈਕਸਟ ਅਗਲਾ ਜਿਹੜਾ ਕਿ ਹੈਡਿੰਗ ਹੋ ਜਾਊਗਾ ਫਿਰ ਸਰਵਜਨਕ ਕਾਰਜ। ਸਰਵਜਨਕ ਲੋਕ ਭਲਾਈ ਦੇ ਜਿਹੜੇ ਕਿ ਕਿਹੜੇ ਕਾਰਜ ਕੀਤੇ ਚੌਲ ਰਾਜੇ ਨੇ ਰਾਜ ਮਹਿਲਾਂ ਦੀ ਉਸਾਰੀ ਤੋਂ ਇਲਾਵਾ ਕਈ ਸ਼ਲਾਘਾਯੋਗ ਸਰਵਜਨਕ ਕਾਰਜ ਵੀ ਕੀਤੇ ਨੇ। ਉਹਨਾਂ ਨੇ ਕਾਵੇਰੀ ਨਦੀ ਤੋਂ ਨਹਿਰਾਂ ਕਢਵਾਈਆਂ ਕਿਸਾਨਾਂ ਦੀ ਹੈਲਪ ਦੇ ਲਈ। ਤੇ ਰਜਿੰਦਰ ਪਹਿਲੇ ਨੇ ਇੱਕ ਨਵੀਂ ਰਾਜਧਾਨੀ ਬਣਾਈ ਗੰਗਈ ਕੋਂਡਾ ਚੌਲਪੁਰਮ। ਠੀਕ ਹੈ, ਉੱਥੇ ਉਹਨੇ 16 ਮੀਲ ਲੰਬੇ ਤਲਾਅ ਦੀ ਉਸਾਰੀ ਕਰਵਾਈ। ਤੇ ਚੌਲ ਹਾਕਮਾਂ ਨੇ ਬਹੁਤ ਸਾਰੇ ਮੰਦਿਰ ਵੀ ਬਣਵਾਏ ਜਿਨ੍ਹਾਂ ਵਿੱਚੋਂ ਤੰਜੋਰ, ਗੰਗਈ ਕੋਂਡਾ ਚੌਲਪੁਰਮ ਦੇ ਖਾਸ ਤੌਰ ਤੇ ਮੰਦਿਰ ਪ੍ਰਸਿੱਧ ਨੇ। ਤੇ ਇਹ ਮੰਨਿਆ ਜਾਂਦਾ ਕਿ ਚੌਲ ਹਾਕਮਾਂ ਨੇ ਸਾਮਰਾਜ ਦੇ ਵੱਖ-ਵੱਖ ਭਾਗਾਂ ਵਿੱਚ ਸੜਕਾਂ ਵੀ ਬਣਵਾਈਆਂ। ਪਿੰਡਾਂ ਦੀਆਂ ਸਭਾਵਾਂ, ਸਰਵਜਨਕ ਕਮੇਟੀਆਂ ਰਾਹੀਂ ਛੋਟੇ-ਛੋਟੇ ਮੰਦਿਰਾਂ, ਹਸਪੀਟਲਾਂ, ਤਲਾਵਾਂ, ਧਰਮਸ਼ਾਲਾ, ਸਕੂਲਾਂ ਦਾ ਵੀ ਨਿਰਮਾਣ ਕੀਤਾ ਗਿਆ ਸੀ। ਇਹ ਇਹਨਾਂ ਦਾ ਹੈਡਿੰਗ ਆ ਜਾਊਗਾ ਸਰਵਜਨਕ ਕਾਰਜਾਂ ਦੇ ਵਿੱਚ। ਚੌਲ ਸ਼ਾਸਨ ਪ੍ਰਬੰਧ, ਚੌਲ ਸਾਮਰਾਜ ਦਾ ਸ਼ਾਸਨ ਪ੍ਰਬੰਧ, ਠੀਕ ਹੈ, ਜਾਂ ਚੌਲਾਂ ਦੀ ਅਨੁਸ਼ਾਸਨ। ਅੱਗੇ ਹੈ ਸੈਨਿਕ ਸੰਗਠਨ। ਹਾਂਜੀ, ਪਹਿਲਾ ਹੈਡਿੰਗ ਇਹਦੇ ਵਿੱਚ ਆ ਜਾਊਗਾ ਵਿਸ਼ਾਲ ਸੈਨਾ। ਚੌਲ ਸਾਮਰਾਜ ਦੇ ਵਿੱਚ ਜਿਹੜੇ ਕਿ ਆਪਾਂ ਨੂੰ ਚੌਲ ਸਾਮਰਾਜ ਦੇ ਜਿਹੜੇ ਸੋਮੇ ਨੇ ਉਹਨਾਂ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਸੈਨਿਕ ਪ੍ਰਬੰਧ ਬਾਰੇ ਵਿਸ਼ੇਸ਼ ਜਾਣਕਾਰੀ ਜਿਹੜੀ ਕਿ ਜ਼ਿਆਦਾ ਨਹੀਂ ਦਿੱਤੀ ਗਈ, ਬਟ ਕੇਵਲ ਇੰਨਾ ਕੁ ਪਤਾ ਲੱਗਦਾ ਕਿ ਚੌਲ ਸ਼ਾਸਕਾਂ ਨੇ ਇੱਕ ਵਿਸ਼ਾਲ ਸੈਨਾ ਸੰਗਠਿਤ ਕੀਤੀ ਹੋਈ ਸੀ ਜਿਹਦੇ ਵਿੱਚ 70 ਪਲਟਣਾ ਸੀ। ਅਗਰ ਤੁਹਾਨੂੰ ਯਾਦ ਰਹਿੰਦਾ ਵੀ ਇਹ ਪਲਟਣਾ ਸੀ ਤਾਂ ਤੁਸੀਂ ਯਾਦ ਕਰ ਸਕਦੇ ਹੋ, ਨਹੀਂ ਤੁਸੀਂ ਸਿੱਧਾ ਕਹਿ ਸਕਦੇ ਹੋ ਕਿ ਚੌਲ ਜਿਹੜੇ ਕਿ ਸਾਮਰਾਜ ਦੇ ਵਿੱਚ ਪਿਆਦਾ ਫੌਜ, ਘੋੜਸਵਾਰ, ਹਾਥੀ ਸੈਨਾ
ਇਹ ਸੈਨਾ ਦੇ ਜਿਹੜੇ ਕਿ ਭਾਗ ਹੁੰਦੇ ਸੀ। ਤੇ ਸੈਨਿਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਸੀ ਕਿ ਹਰੇਕ ਪਲਟਨ ਦਾ ਆਪਣਾ ਆਪਣਾ ਨਾਂ ਹੁੰਦਾ ਸੀ ਤੇ ਉਹ ਆਪਣੇ ਨਾਂ ਤੇ ਜਿਹੜੇ ਕਿ ਮੰਦਰ ਆਦਿ ਬਣਵਾਉਂਦੇ ਸੀ। ਤੇ ਸਮੁੱਚੀ ਸੈਨਾ ਦਾ ਮੁਖੀਆ ਹੁੰਦਾ ਸੀ ਰਾਜਾ। ਤੇ ਰਾਜਾ ਜਿਹੜੇ ਸੈਨਾ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਿਆ ਜਾਂਦਾ ਸੀ ਸੈਨਾ ਦੇ ਵਿੱਚ, ਤੇ ਸੈਨਿਕਾਂ ਨੂੰ ਲੜਨ ਦੇ ਵਿੱਚ ਕੁਝ ਜਿਹੜੇ ਕਿ ਸਿਖਲਾਈ ਦਿੱਤੀ ਜਾਂਦੀ ਸੀ। ਤੇ ਸੈਨਿਕਾਂ ਨੂੰ ਸਾਮਰਾਜ ਦੇ ਵੱਖ-ਵੱਖ ਭਾਗਾਂ ਦੇ ਵਿੱਚ ਸਥਿਤ ਸੈਨਿਕ ਛਾਉਣੀਆਂ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਸੈਨਿਕ ਯੁੱਧ ਦੇ ਵਿੱਚ ਲੜਨ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਵਿੱਚ ਵੀ ਲੋੜ ਅਨੁਸਾਰ ਸਹਾਇਤਾ ਦਿੰਦੇ ਸੀ। ਜਿੰਨਾ ਕੁ ਮਟੀਰੀਅਲ ਯਾਦ ਹੋ ਸਕੇ ਤੁਸੀਂ ਉਹਨਾਂ ਕੁ ਯਾਦ ਕਰ ਲਿਆ ਕਰੋ, ਬਸ ਹੈਡਿੰਗ ਜ਼ਰੂਰ ਯਾਦ ਹੋਣੇ ਚਾਹੀਦੇ ਨੇ। ਅੱਗੇ ਆ ਜੂਗੀ ਜਲ ਸੈਨਾ। ਹਾਂਜੀ, ਚੌਲ ਸ਼ਾਸਕਾਂ ਨੇ ਜਲ ਸੈਨਾ ਦਾ ਵੀ ਸੰਗਠਨ ਕੀਤਾ ਹੋਇਆ ਸੀ। ਰਾਜਾ ਰਾਜ ਪਹਿਲੇ ਤੇ ਰਜਿੰਦਰ ਪਹਿਲੇ ਨੇ ਜਹਾਜ਼ਾਂ ਦਾ ਸ਼ਕਤੀਸ਼ਾਲੀ ਬੇੜਾ ਤਿਆਰ ਕੀਤਾ ਸੀ, ਜਿਸ ਦੇ ਕਰਕੇ ਮਾਲਦੀਵ ਟਾਪੂਆਂ, ਲੰਕਾ, ਜਾਵਾ, ਸੁਮਾਤਰਾ, ਮਲਾਇਆ ਆਦਿ ਉੱਤੇ ਜਿਹੜੇ ਕਿ ਇਹਨਾਂ ਨੇ ਜਿੱਤਾਂ ਪ੍ਰਾਪਤ ਕਰ ਸਕੇ ਸੀ। ਸੋ ਇੱਥੇ ਤੱਕ ਇਹਨਾਂ ਦਾ ਸ਼ਾਸਨ ਪ੍ਰਬੰਧ ਆ। ਪਹਿਲਾਂ ਕੇਂਦਰੀ ਸ਼ਾਸਨ ਪ੍ਰਬੰਧ, ਫਿਰ ਪ੍ਰਾਂਤਕ ਜਿਨ੍ਹਾਂ ਦੇ ਵਿੱਚ ਜਿਹੜੇ ਮੰਡਲਮ ਸੀ, ਮੰਡਲਮ ਨੂੰ ਅੱਗੇ ਵੰਡਿਆ ਹੋਇਆ ਸੀ ਵਲਨਾਡੂ ਦੇ ਵਿੱਚ, ਵਲਨਾਡੂ ਨੂੰ ਅੱਗੇ ਨਾਡੂ ਦੇ ਵਿੱਚ, ਫਿਰ ਕੁਰਮ, ਠੀਕ ਆ, ਕੁਰਮ ਜਿਹਨੂੰ ਕੋਟਮ ਵੀ ਕਹਿੰਦੇ ਸੀ, ਫਿਰ ਸੇ ਆਉਂਦੇ ਸੀ ਗ੍ਰਾਮ, ਠੀਕ ਹੈ। ਫਿਰ ਆਪਣਾ ਅੱਗੇ ਸਥਾਨਕ ਸਵੈ ਸ਼ਾਸਨ ਜਿਹਦੇ ਵਿੱਚ ਉਰਤ ਤੇ ਸਭਾ ਸੀ। ਫਿਰ ਆਪਾਂ ਨੇ ਜਿਹੜਾ ਕੀ ਕੀਤਾ ਇਹਨਾਂ ਦਾ ਭੂਮੀ ਕਰ, ਵਿੱਤੀ ਪ੍ਰਬੰਧ ਤੇ ਆਮਦਨ ਦੇ ਹੋਰ ਸਾਧਨ, ਫਿਰ ਖਰਚ ਕਿੱਥੇ ਕੀਤੇ ਸੀ, ਫਿਰ ਸੈਨਿਕ ਪ੍ਰਬੰਧ ਤੇ ਨਿਆਂ ਪ੍ਰਬੰਧ, ਠੀਕ ਹੈ। ਇਹ ਇਹਦੇ ਪੁਆਇੰਟਸ ਸੀ। ਹੁਣ ਆਪਾਂ ਕਰਦੇ ਹਾਂ ਅਗਲਾ ਕੁਐਸਚਨ। ਸਰਵਜਨਕ ਕਾਰਜ ਵੀ ਜਿਹੜੇ ਕਿ ਇਹਨਾਂ ਸ਼ਾਸਨ ਪ੍ਰਬੰਧ ਦੇ ਵਿੱਚ ਆਉਂਦੇ ਨੇ। ਹੁਣ ਆਪਾਂ ਜਿਹੜਾ ਕਿ ਆਹ ਵਾਲਾ ਕੁਐਸਚਨ ਕਰਦੇ ਹਾਂ ਕਿਉਂਕਿ ਇਹ ਵੀ ਆਇਆ ਹੋਇਆ ਕਈ 2 ਸਾਲਾਂ ਪਹਿਲਾਂ। ਪਾਂਡਿਆਂ ਦੇ ਕਰ ਤੇ ਵਪਾਰ ਬਾਰੇ ਜਾਣਕਾਰੀ ਦੇਣੀ ਆ, ਜਾਂ ਪਾਂਡੇ ਦੇ ਅੰਤਰਗਤ ਕਰਾਦਾਨ ਤੇ ਵਪਾਰ ਉੱਤੇ ਨੋਟ। ਹਾਂਜੀ, ਪਾਂਡੇ ਦੇ ਦਿਨ ਜਿਹੜੇ ਕਿ ਕਰ ਵਿਵਸਥਾ ਸੀ, ਪਹਿਲਾਂ ਕਰ ਟੈਕਸ ਕਰਦੇ ਆਪਾਂ, ਟੈਕਸ ਪਾਂਡੇ ਅਧੀਨ ਜਿਹੜੇ ਕਿ ਕਰ ਵਿਵਸਥਾ ਜਾਂ ਟੈਕਸਟਨ ਅੰਡਰ ਦਾ ਪਾਂਡਿਆਸ, ਤਾਂ ਇਹਦੇ ਵਿੱਚ ਆਉਂਦੂਗਾ ਪਹਿਲਾਂ ਭੂਮੀ ਕਰ। ਪਹਿਲਾਂ ਇਹਦੇ ਵੀ ਹੈਡਿੰਗਸ ਯਾਦ ਕਰਨੇ ਤੁਸੀਂ ਸਾਰੇ। ਭੂਮੀ ਕਰ, ਪੇਸ਼ਾ ਕਰ, ਗ੍ਰਹਿ ਤੇ ਵਿਆਹ ਕਰ, ਜਲ ਕਰ, ਜੰਗਲ ਕਰ, ਨਮਕ ਕਰ, ਜੁਰਮਾਨਾ, ਪਸ਼ੂ ਕਰ, ਸ਼ਮਸ਼ਾਨ ਘਾਟ ਕਰ, ਚੁੰਗੀ ਕਰ, ਹੋਰ ਕਰ ਜਾਂ ਬੇਕਾਰ, ਠੀਕ ਹੈ। ਜਿੰਨੇ ਤੁਹਾਨੂੰ ਕਰ ਯਾਦ ਹੋ ਸਕਣ, ਪਰਿਹਾਰ ਮਤਲਬ ਕਿ 6 ਤੋਂ 7 ਤਾਂ ਤੁਹਾਨੂੰ ਪੱਕਾ ਯਾਦ ਹੋ ਜਾਣ, ਠੀਕ ਆ। ਇਹਨਾਂ ਦੇ ਹੈਡਿੰਗ ਤੇ ਵੱਧ ਵੀ ਯਾਦ ਹੋ ਜਾਣ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ। ਤਾਂ ਉਸ ਤੋਂ ਬਾਅਦ ਕਿਉਂਕਿ ਇਕੱਠਾ ਕੁਐਸਚਨ ਆਉਣਾ, ਇਹਦੇ ਵਿੱਚ ਕਰ ਆਉਣੇ ਨੇ, ਵਿੱਚ ਹੀ ਇਹਦੇ ਵਿੱਚ ਜਿਹੜੇ ਕਿ ਅੱਗੇ ਇਹਨਾਂ ਦਾ ਆਉਣਾ ਆਪਣਾ ਕੁਐਸਚਨ ਵਪਾਰ। ਕਰ ਤੇ ਵਪਾਰ ਇਕੱਠਾ ਹੋਣਾ, ਪਹਿਲਾਂ ਆਪਾਂ ਟੈਕਸ ਦੇਖਾਂਗੇ ਫਿਰ ਵਪਾਰ। ਹਾਂਜੀ, ਪਹਿਲਾਂ ਹੋ ਜਾਊਗਾ ਭੂਮੀ ਲਗਾਨ ਜਾਂ ਭੂਮੀ ਟੈਕਸ ਜਾਂ ਭੂਮੀ ਕਰ। ਪਾਂਡਿਆਂ ਦੀ ਆਮਦਨ ਦਾ ਵੀ ਮੁੱਖ ਸਾਧਨ ਭੂਮੀ ਟੈਕਸ ਸੀ ਤੇ ਭੂਮੀ ਲਗਾਨ ਦੀ ਜਿਹੜੀ ਕਿ ਦਰ ਭੂਮੀ ਦੀ ਉਪਜਾਊ ਸ਼ਕਤੀ ਤੇ ਸਿੰਚਾਈ ਦੇ ਸਾਧਨਾਂ ਦੇ ਆਧਾਰ ਤੇ ਜਿਹੜੀ ਕਿ ਨਿਸ਼ਚਿਤ ਹੁੰਦੀ ਸੀ। ਤੇ ਸਮੇਂ-ਸਮੇਂ ਤੇ ਪਾਂਡਿਆ ਸ਼ਾਸਕ ਭੂਮੀ ਦੀ ਪਮਾਇਸ਼ ਕਰਦੇ ਸੀ ਤੇ ਉਪਜਾਊ ਸ਼ਕਤੀ ਦਾ ਨਿਰੀਖਣ ਕਰਕੇ ਜੇ ਕੋਈ ਕਿਸਾਨ ਆ ਜਿਹੜੇ ਕਿ ਬੰਜਰ ਭੂਮੀ ਨੂੰ ਖੇਤੀਯੋਗ ਬਣਾਉਂਦਾ ਸੀ ਤਾਂ ਪਹਿਲੇ ਸਾਲ ਉਸ ਕੋਲੋਂ ਜਿਹੜੇ ਕਿ ਬਹੁਤ ਘੱਟ ਟੈਕਸ ਲਿਆ ਜਾਂਦਾ ਸੀ, ਠੀਕ ਹੈ। ਭਾਵ ਕਿ ਜਿਹੜੇ ਬੰਜਰ ਭੂਮੀ ਨੂੰ ਉਹਨੇ ਵਧੀਆ ਭੂਮੀ ਬਣਾਇਆ ਤਾਂ ਕਰਕੇ। ਤੇ ਆਮ ਤੌਰ ਤੇ ਭੂਮੀ ਲਗਾਨ ਦੀ ਜਿਹੜੀ ਕਿ ਕੁੱਲ ਉਪਜ 1/4 ਤੋਂ ਲੈ ਕੇ 1/6 ਹਿੱਸਾ ਨਿਸ਼ਚਿਤ ਹੁੰਦੀ ਸੀ। ਤੇ ਕਿਸਾਨਾਂ ਨੂੰ ਇਹ ਸੁਵਿਧਾ ਸੀ ਕਿ ਉਹ ਆਪਣਾ ਲਗਾਨ ਜਾਂ ਤਾਂ ਨਗਦ ਰੂਪ ਦੇ ਵਿੱਚ ਦੇ ਦੇਣ ਜਾਂ ਜਿਹੜੇ ਕਿ ਅਨਾਜ ਦੇ ਵਿੱਚ ਦੇ ਜਾਣ, ਭਾਵ ਕਿ ਜਿੰਸ, ਠੀਕ ਹੈ। ਤੇ ਟੈਕਸ ਆ ਜਿਹੜੇ ਕਿ ਸਾਲ ਦੇ ਵਿੱਚ 2 ਵਾਰ ਲਿਆ ਜਾਂਦਾ ਸੀ, ਸਤੰਬਰ ਤੇ ਫਰਵਰੀ ਦੇ ਮਹੀਨੇ, ਜਿਵੇਂ ਹਾੜੀ ਸੌਣੀ ਆਪਾਂ ਲਗਾ ਸਕਦੇ ਹਾਂ। ਅੱਗੇ ਹੈ ਪੇਸ਼ਾ ਕਰ। ਪ੍ਰੋਫੈਸ਼ਨਲ ਟੈਕਸ ਕਿਹੜੇ ਹੁੰਦੇ ਸੀ? ਕੋਈ ਵੀ ਜਿਹੜਾ ਕਿ ਆਮਦਨ ਦੇ ਹੋਰ ਸਾਧਨ ਸੀ, ਜਿਵੇਂ ਜਿਹੜਾ ਵੀ ਕੋਈ ਪੇਸ਼ਾ ਕਰਦੇ ਸੀ, ਕੋਈ ਜੁਲਾਹਾ ਸੀ, ਜੁਲਾਹੇ ਦਾ ਕੰਮ ਕਰਦਾ ਸੀ, ਤੇਲੀ, ਠੀਕ ਆ, ਘੁਮਿਆਰ ਦਾ ਕੰਮ ਕਰਦਾ ਸੀ, ਦੁਕਾਨਦਾਰ, ਦੁੱਧ ਵੇਚਣ ਵਾਲੇ, ਸ਼ਰਾਬ ਵੇਚਣ ਵਾਲੇ, ਫਲ ਤੇ ਫੁੱਲ ਵੇਚਣ ਵਾਲੇ, ਲੱਕੜ ਵੇਚਣ ਵਾਲੇ, ਸ਼ਹਿਦ ਵੇਚਣ ਵਾਲੇ, ਇਹ ਵੀ ਸਾਰੇ ਪੇਸ਼ੇ ਕਰਦੇ ਸੀ। ਇਹਨਾਂ ਤੋਂ ਵੀ ਜਿਹੜਾ ਕਿ ਟੈਕਸ ਲਿਆ ਜਾਂਦਾ ਸੀ। ਇਹ ਵੀ ਟੈਕਸ ਅਨਾਜ ਜਾਂ ਨਗਦ ਕਿਸੇ ਰੂਪ ਦੇ ਵਿੱਚ ਵੀ। ਅੱਗੇ ਗ੍ਰਹਿ ਤੇ ਵਿਆਹ ਕਰ। ਹਾਂਜੀ, ਪਾਂਡਿਆ ਸਾਮਰਾਜ ਵਿੱਚ ਹਰੇਕ ਘਰ ਤੋਂ ਸਾਲਾਨਾ ਟੈਕਸ ਲਿਆ ਜਾਂਦਾ ਸੀ, ਭਾਵ ਕਿ ਸਾਲ ਤੋਂ ਬਾਅਦ ਉਹਨਾਂ ਤੋਂ ਟੈਕਸ ਲਿਆ ਜਾਂਦਾ ਸੀ ਮਕਾਨ ਦਾ, ਠੀਕ ਹੈ, ਗ੍ਰਹਿ ਦਾ। ਘਰ ਤੇ ਇਹ ਘਰ ਆ ਜਿਹੜੇ ਕਿ ਟੈਕਸ ਘਰ ਦੀ ਦਸ਼ਾ ਤੇ ਵਿਸ਼ਾਲਤਾ ਅਨੁਸਾਰ ਹੁੰਦਾ ਸੀ, ਵੀ ਘਰ ਦੀ ਕੀ ਦਸ਼ਾ, ਕੀ ਜਿਹੜੇ ਕਿ ਇਹਦੀ ਕਿੰਨਾ ਕੁ ਏਰੀਆ, ਉਹਦੇ ਅਕੋਰਡਿੰਗ ਇਹ ਟੈਕਸ ਹੁੰਦਾ ਸੀ। ਤੇ ਇਸੇ ਤਰੀਕੇ ਨਾਲ ਵਿਆਹ ਦੇ ਮੌਕੇ ਤੇ ਵੀ ਹਰੇਕ ਵਰ ਵਧੂ ਤੋਂ ਜਿਹੜੇ ਕਿ ਸਰਕਾਰ ਕੁਝ ਕਰ ਲੈਂਦੀ ਸੀ। ਅੱਗੇ ਹੈ ਜਲ ਕਰ, ਜਲ ਟੈਕਸ। ਪਾਂਡਿਆ ਸਾਮਰਾਜ ਦੇ ਵਿੱਚ ਖੂਹ ਅਤੇ ਤਲਾਵਾਂ ਦੇ ਜਲਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਤੋਂ ਵੀ ਜਿਹੜੇ ਕਿ ਟੈਕਸ ਲਿਆ ਜਾਂਦਾ ਸੀ, ਵੀ ਜਿਹੜੇ ਸਰਕਾਰ ਦੇ ਖੂਹ ਨੇ, ਤਲਾਅ ਤੇ ਉਹਨਾਂ ਤੋਂ ਜੇ ਕੋਈ ਸਿੰਚਾਈ ਕਰਦਾ ਸੀ ਤਾਂ ਉਹਨਾਂ ਤੋਂ ਵੀ ਟੈਕਸ ਲਿਆ ਜਾਂਦਾ ਸੀ। ਇਸ ਤਰ੍ਹਾਂ ਨਦੀਆਂ ਤਲਾਵਾਂ ਦੇ ਜਲ ਤੋਂ ਸਿੰਚਾਈ ਕਰਨ ਵਾਲੇ ਕਿਸਾਨਾਂ ਤੋਂ ਵੀ ਸਰਕਾਰ ਨੂੰ ਜਿਹੜੇ ਕਿ ਟੈਕਸ ਲੈਂਦੀ ਸੀ। ਅੱਗੇ ਹੈ ਜੰਗਲ ਕਰ। ਹਾਂਜੀ, ਪਾਂਡਿਆ ਸਾਮਰਾਜ ਦੇ ਵਿੱਚ ਜੰਗਲਾਂ ਨੂੰ ਵੀ ਸਰਕਾਰੀ ਸੰਪत्ति ਸਮਝਿਆ ਜਾਂਦਾ ਸੀ ਤੇ ਜੰਗਲਾਂ ਤੋਂ ਜੇ ਕੋਈ ਲੱਕੜ ਕੱਟ ਕੇ ਲਿਆਉਂਦਾ ਸੀ ਜਾਂ ਸ਼ਹਿਦ ਇਕੱਠਾ ਕਰਦਾ ਸੀ ਜਾਂ ਦਵਾਈਆਂ ਦੇ ਲਈ ਜੜੀਆਂ ਬੂਟੀਆਂ ਲਿਆਉਂਦਾ ਸੀ ਜੰਗਲਾਂ ਦੇ ਵਿੱਚੋਂ, ਤਾਂ ਉਹਨਾਂ ਨੂੰ ਵੀ ਟੈਕਸ ਦੇਣਾ ਪੈਂਦਾ ਸੀ, ਠੀਕ ਹੈ। ਇਸ ਤੋਂ ਇਲਾਵਾ ਸੁਪਾਰੀ ਤੇ ਚੰਦਨ ਦੇ ਰੁੱਖ ਤੇ ਵੀ ਟੈਕਸ ਲਗਾਇਆ ਜਾਂਦਾ ਸੀ। ਅੱਗੇ ਹੈ ਨਮਕ ਕਰ। ਨਮਕ ਕਰ ਤੇ ਵੀ ਸਰਕਾਰ ਦਾ ਅਧਿਕਾਰ ਸੀ। ਸਰਕਾਰ ਦੁਆਰਾ ਜਿਹੜੇ ਕਿ ਨਮਕ ਦੀਆਂ ਖਾਨਾਂ ਉੱਤੇ ਕੰਮ ਕਰਨ ਵਾਲਿਆਂ ਤੇ ਵੀ ਕੁਝ ਟੈਕਸ ਲਿਆ ਜਾਂਦਾ ਸੀ। ਅੱਗੇ ਹੈ ਜੁਰਮਾਨਾ। 7 ਨੰਬਰ ਤੇ ਆਊਗਾ ਜੁਰਮਾਨਾ।
ਤੇ ਜੁਰਮਾਨੇ ਦੇ ਵਿੱਚ ਅਪਰਾਧੀਆਂ ਵੱਲੋਂ ਜੇ ਕੋਈ ਗੁਨਾਹ ਕਾਰਨ ਉਹਨਾਂ ਨੂੰ ਕੁਝ ਪੈਸੇ ਜਿਹੜੇ ਕਿ ਫਾਈਨ ਕਰ ਦਿੱਤਾ ਜਾਂਦਾ ਸੀ ਤੇ ਉਹ ਸਰਕਾਰ ਨੂੰ ਦਿੰਦੇ ਸੀ ਤੇ ਇਹਨੂੰ ਕਹਿੰਦੇ ਸੀ ਦੰਡਮ। ਤੇ ਇਹ ਜੁਰਮਾਨਾ ਅਪਰਾਧ ਦੇ ਅਨੁਸਾਰ ਵੱਖ-ਵੱਖ ਹੁੰਦਾ ਸੀ, ਵੀ ਜਿਵੇਂ ਦਾ ਕੋਈ ਅਪਰਾਧ ਉਵੇਂ ਦਾ ਜਿਹੜੇ ਕਿ ਅਲੱਗ-ਅਲੱਗ ਜਿਹੜੇ ਕਿ ਜੁਰਮਾਨੇ ਦੀਆਂ ਮੱਦਾਂ ਨਿਰਧਾਰਿਤ ਕੀਤੀਆਂ ਹੋਈਆਂ ਸੀ। ਤੇ ਜੁਰਮਾਨਾ ਵੀ ਸਰਕਾਰ ਦੀ ਆਮਦਨ ਦਾ ਸਾਧਨ ਸੀ। ਅੱਗੇ ਆਊਗਾ ਪਸ਼ੂ ਕਰ। ਪਾਂਡਿਆ ਕਾਲ ਦੇ ਵਿੱਚ ਜਿਹੜਾ ਹਰੇਕ ਨਰ ਪਸ਼ੂ ਤੇ ਜਿਹੜੇ ਕਿ ਟੈਕਸ ਲਗਾਉਂਦੀ ਸੀ ਤੇ ਇਹ ਵੀ ਸਰਕਾਰ ਦੀ ਆਮਦਨ ਦਾ ਸਾਧਨ ਸੀ। ਅੱਗੇ ਆਊਗਾ ਸ਼ਮਸ਼ਾਨ ਘਾਟ। ਸ਼ਮਸ਼ਾਨ ਘਾਟ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੀ ਜਿਹੜੇ ਕਿ ਲਾਸ਼ ਨੂੰ ਜਲਾਉਣ ਦੇ ਲਈ ਸਰਕਾਰ ਨੂੰ ਟੈਕਸ ਦੇਣਾ ਪੈਂਦਾ ਸੀ। ਅੱਗੇ ਆਊਗਾ ਚੌਕੀਦਾਰ ਕਰ। ਹਰੇਕ ਪਿੰਡ ਦੇ ਵਿੱਚ ਸੁਰੱਖਿਆ ਲਈ ਜਿਹੜੇ ਕਿ ਚੌਕੀਦਾਰ ਰੱਖੇ ਜਾਂਦੇ ਸੀ ਕਰਮਚਾਰੀ, ਤਾਂ ਉਹਨਾਂ ਨੂੰ ਵੀ ਜਿਹੜੇ ਕਿ ਪਿੰਡ ਵਾਲੇ ਟੈਕਸ ਦਿੰਦੇ ਸੀ। ਤੇ ਇਸ ਤੋਂ ਇਲਾਵਾ ਹੋਰ ਕਰ ਸੀ ਜਿਨ੍ਹਾਂ ਤੇ ਜਿਵੇਂ ਕਿ ਸੈਨਿਕਾਂ ਦੀ ਦੇਖਭਾਲ ਦੇ ਲਈ ਪਿੰਡ ਵਾਲਿਆਂ ਤੇ ਜਿਹੜੇ ਕਿ ਟੈਕਸ ਪਿੰਡ ਵਾਲਿਆਂ ਤੇ ਆ ਕੇ ਜਾਂਦੀ ਸੀ। ਤੇ ਭਾਵ ਕਿ ਜੇ ਕੋਈ ਯੁੱਧ ਕਾਲ ਦੇ ਸਮੇਂ ਲੋਕਾਂ ਵੱਲੋਂ ਜਿਹੜੇ ਕਿ ਸਰਕਾਰ ਟੈਕਸ ਲੈਂਦੀ ਸੀ, ਜਾਂ ਕੋਈ ਸੈਨਿਕ ਦਲ ਕਿਸੇ ਅਭਿਮਾਨ ਤੇ ਜਾ ਰਿਹਾ, ਕਿਸੇ ਮੁਹਿੰਮ ਤੇ ਜਾ ਰਿਹਾ, ਤਾਂ ਜੇ ਕਿਸੇ ਪਿੰਡ ਦੇ ਵਿੱਚ ਰੁਕੀ ਆ ਤਾਂ ਸਾਰੇ ਸੈਨਿਕਾਂ ਦੀ ਜਿਹੜੀ ਕਿ ਦੇਖਭਾਲ ਉਹਨਾਂ ਨੇ ਕਰਨੀ ਸੀ ਤੇ ਇਸ ਲਈ ਪਿੰਡ ਵਾਲਿਆਂ ਵੱਲੋਂ ਕੁਝ ਨਾ ਕੁਝ ਜਿਹੜੇ ਕਿ ਟੈਕਸ ਜਿਹੜਾ ਕਿ ਵਸੂਲ ਕੀਤਾ ਜਾਂਦਾ ਸੀ ਉਹਨਾਂ ਤੋਂ। ਇਸ ਤਰ੍ਹਾਂ ਨਵੇਂ ਰਾਜਾਂ ਦੇ ਅਧਿਕਾਰ ਦੇ ਬੈਠਦੇ ਸਮੇਂ, ਉਹਨਾਂ ਦੇ ਜਨਮ ਦੇ ਸਮੇਂ, ਵਿਆਹ ਦੇ ਖੁਸ਼ੀਆਂ ਦੇ ਮੌਕੇ ਪਰਜਾ ਜਿਹੜੇ ਕਿ ਉਪਹਾਰ ਦਿੰਦੀ ਸੀ, ਭੇਟਾ ਕਰਦੀ ਸੀ। ਇਸ ਤੋਂ ਅੱਗੇ ਆਊਗਾ ਬੇਗਾਰ। ਰਾਜਾ ਪਰਜਾ ਨੂੰ ਸੁਰੱਖਿਆ ਪ੍ਰਦਾਨ ਕਰਦੀ ਸੀ ਤੇ ਇਸ ਲਈ ਉਹਨੂੰ ਪਰਜਾ ਤੋਂ ਜਿਹੜੇ ਕਿ ਪ੍ਰਾਪਤ ਇਸ ਲਈ ਜਿਹੜੇ ਕਿ ਪਰਜਾ ਤੋਂ ਟੈਕਸ ਪ੍ਰਾਪਤ ਕਰਨ ਦਾ ਜਿਹੜਾ ਕਿ ਪੂਰਾ ਅਧਿਕਾਰ ਰੱਖਦੀ ਸੀ। ਭਾਵ ਕਿ ਰਾਜਾ ਪਰਜਾ ਦੀ ਸੁਰੱਖਿਆ ਕਰਦੀ ਸੀ, ਤਾਂ ਰਾਜਾ ਜਨਤਾ ਤੋਂ, ਪਰਜਾ ਤੋਂ ਜਿਹੜੇ ਕਿ ਟੈਕਸ ਲੈਣ ਦਾ ਪੂਰਾ ਹੱਕ ਰੱਖਦਾ ਸੀ। ਤੇ ਜਿਹੜੇ ਗਰੀਬ ਲੋਕ ਬਹੁਤ ਗਰੀਬ ਹੁੰਦੇ ਸੀ, ਜਿਸ ਕਰਕੇ ਉਹ ਸਰਕਾਰ ਨੂੰ ਕਿਸੇ ਵੀ ਤਰੀਕੇ ਦਾ ਟੈਕਸ ਦੇਣ ਦੇ ਵਿੱਚ ਸਮਰੱਥ ਨਹੀਂ ਹੁੰਦੇ ਸੀ, ਕਾਬਿਲ ਨਹੀਂ ਹੁੰਦੇ ਸੀ, ਤਾਂ ਫਿਰ ਸਰਕਾਰ ਹੈ ਜਿਹੜੀ ਕਿ ਉਹਨਾਂ ਤੋਂ ਸਰੀਰਕ ਕੰਮ ਲੈਂਦੀ ਸੀ, ਭਾਵ ਕਿ ਉਹਨਾਂ ਤੋਂ ਬੇਗਾਰ ਕੰਮ ਕਰਾਉਂਦੀ ਸੀ। ਉਹਨਾਂ ਦੀ ਮਿਹਨਤ ਦਾ ਪ੍ਰਯੋਗ, ਉਹਨਾਂ ਦੀ ਮੰਦਰਾਂ ਦੇ ਨਿਰਮਾਣ, ਤਲਾਵਾਂ, ਨਹਿਰਾਂ, ਖੂਹਾਂ ਦੇ ਨਿਰਮਾਣ ਦੇ ਵਿੱਚ ਜਿਹੜੇ ਕਿ ਉਹਨਾਂ ਤੋਂ ਸਫਾਈ ਕਰਵਾਉਂਦੇ ਸੀ। ਭਾਵ ਕਿ ਜਿਹੜੇ ਟੈਕਸ ਨਹੀਂ ਦਿੰਦੇ ਸੀ ਗਰੀਬ ਲੋਕ, ਫਿਰ ਉਹਨਾਂ ਤੋਂ ਜਿਹੜੇ ਕਿ ਕੰਮ ਕਰਵਾ ਲਿਆ ਜਾਂਦਾ ਸੀ। ਠੀਕ ਆ, ਆਪਾਂ ਕਹਿ ਸਕਦੇ ਹਾਂ ਬੇਗਾਰ ਕੀ ਆ, ਵੀ ਬਿਨਾਂ ਕੁਛ ਪੈਸੇ ਦਿੱਤੇ ਜਿਹੜੇ ਕਿ ਕਿਸੇ ਤੋਂ ਕੰਮ ਕਰਵਾਉਣਾ, ਤਾਂ ਉਹ ਹੋ ਗਈ ਬੇਗਾਰ। ਤਾਂ ਇਸੇ ਤਰੀਕੇ ਨਾਲ ਸਰਕਾਰ ਕਰਦੀ ਸੀ ਵੀ ਜੇ ਕੋਈ ਜੁਰਮਾਨਾ ਨਹੀਂ ਦੇ ਸਕਦਾ ਸੀ, ਠੀਕ ਆ, ਜਾਂ ਟੈਕਸ ਨਹੀਂ ਦੇ ਸਕਦਾ ਸੀ, ਤਾਂ ਫਿਰ ਉਹ ਤੋਂ ਕੰਮ ਕਰਵਾਉਂਦੇ ਸੀ। ਹਾਂਜੀ, ਅੱਗੇ ਹੈ ਪਰਿਹਾਰ। ਪਰਿਹਾਰ ਭਾਵ ਕਿ ਕਰਾਂ ਤੇ ਕੁਛ ਰਿਲੈਕਸੇਸ਼ਨ ਦੇਣੀ, ਕੁਛ ਛੋਟਾਂ ਦੇਣੀਆਂ। ਠੀਕ ਆ, ਹਰ ਸਮੇਂ ਸਰਕਾਰ ਆ ਜਿਹੜੀ ਕਿ ਸਾਮਰਾਜ ਦੇ ਵਿੱਚ, ਪਾਂਡਿਆਂ ਦੇ ਵਿੱਚ ਟੈਕਸ ਨਹੀਂ ਸੀ, ਕੁਛ ਸਮੇਂ ਛੂਟ ਵੀ ਦਿੱਤੀ ਜਾਂਦੀ ਸੀ। ਉਹ ਛੂਟ ਕਦੋਂ ਹੁੰਦੀ ਸੀ? ਇੱਕ ਤਾਂ ਛੂਟ ਨੂੰ ਕਹਿੰਦੇ ਕੀ ਸੀ? ਪਰਿਹਾਰ ਕਹਿੰਦੇ ਸੀ। ਠੀਕ ਹੈ, ਜਦੋਂ ਕੋਈ ਕੁਦਰਤੀ ਆਫਤ ਹੋ ਗਈ, ਠੀਕ ਹੈ, ਤਾਂ ਕਿਸਾਨਾਂ ਦਾ ਟੈਕਸ ਜਾਂ ਤਾਂ ਘਟਾ ਦਿੱਤਾ ਜਾਂਦਾ ਸੀ ਜਾਂ ਕੁਝ ਮਾਫ ਕਰ ਦਿੱਤਾ ਜਾਂਦਾ ਸੀ। ਤੇ ਇਸ ਤੋਂ ਇਲਾਵਾ ਜਿਹੜੇ ਕਿ ਛੂਟ ਸੀ ਬ੍ਰਾਹਮਣਾਂ ਨੂੰ ਜਿਹੜੀ ਭੂਮੀ ਦਾਨ ਦਿੱਤੀ ਜਾਂਦੀ ਸੀ, ਉਸ ਭੂਮੀ ਨੂੰ ਕਹਿੰਦੇ ਸੀ ਬ੍ਰਹਮਦੇਵ, ਉਹਨਾਂ ਤੋਂ ਕੋਈ ਟੈਕਸ ਨਹੀਂ ਲਿਆ ਜਾਂਦਾ ਸੀ। ਇਸ ਲਈ ਮੰਦਰਾਂ ਨੂੰ ਵੀ ਜਿਹੜੀ ਭੂਮੀ ਦਾਨ ਦਿੱਤੀ ਜਾਂਦੀ ਸੀ, ਉਹਨੂੰ ਕਹਿੰਦੇ ਸੀ ਦੇਵ, ਉਹ ਤੋਂ ਵੀ ਕੋਈ ਟੈਕਸ ਨਹੀਂ ਲਿਆ ਜਾਂਦਾ ਸੀ। ਠੀਕ ਹੈ, ਭਾਵ ਕਿ ਇਹਨਾਂ ਦੇ ਵਿੱਚ ਛੂਟ ਸੀ ਟੈਕਸ ਦੀ। ਇਸ ਤੋਂ ਇਲਾਵਾ ਜਦੋਂ ਜਿਹੜੇ ਕਿ ਰਾਜਾ ਤੀਰਥ ਯਾਤਰਾ ਤੇ ਜਾਂਦੇ ਸੀ, ਜਾਂ ਅਨੇਕ ਹੋਰ ਮੌਕਿਆਂ ਤੇ ਰਾਜਾ ਜਿਹੜੀ ਕਿ ਆਪਣੀ ਪ੍ਰਜਾ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਟੈਕਸ ਤੋਂ ਛੂਟ ਦੇ ਦਿੰਦਾ ਸੀ। ਤੇ ਹੁਣ ਕਰ ਇਕੱਠਾ ਕਰਨਾ, ਟੈਕਸ ਇਕੱਠਾ ਕਰਨਾ। ਪਾਂਡੇ ਸਾਮਰਾਜ ਦੇ ਵਿੱਚ ਪ੍ਰਜਾ ਤੋਂ ਟੈਕਸ ਇਕੱਠਾ ਕਰਨ ਦੇ ਲਈ ਰਾਜੇ ਦੁਆਰਾ ਕਈ ਅਧਿਕਾਰੀ ਨਿਯੁਕਤ ਹੁੰਦੇ ਸੀ ਤੇ ਇਹ ਅਧਿਕਾਰੀ ਜਿਹੜੇ ਕਿ ਟੈਕਸ ਵਸੂਲ ਕਰਦੇ ਸਮੇਂ ਜਿਹੜੇ ਕਿ ਬਹੁਤ ਅਤਿਆਚਾਰੀ ਵਿਵਹਾਰ ਕਰਦੇ ਸੀ। ਟੈਕਸ ਨਾ ਦੇ ਸਕਣ ਵਾਲਿਆਂ ਨੂੰ ਪਾਣੀ ਦੇ ਵਿੱਚ ਡੁਬੋਣਾ, ਧੁੱਪ ਦੇ ਵਿੱਚ ਖੜੇ ਰਹਿਣਾ, ਉਹਨਾਂ ਦੀ ਸਜ਼ਾਵਾਂ ਇਹ ਦਿੱਤੀਆਂ ਜਾਂਦੀਆਂ ਸੀ। ਤੇ ਟੈਕਸ ਦਾ ਬਕਾਇਆ ਨਾ ਦੇਣ ਵਾਲੇ ਵਿਅਕਤੀ ਦੀ ਸੰਪત્ਤੀ ਨੂੰ ਜ਼ਬਤ ਕਰ ਲਿਆ ਜਾਂਦਾ ਸੀ। ਤੇ ਕਈ ਵਾਰੀ ਜਿਹੜੇ ਕਿ ਟੈਕਸ ਦੇਣ ਵਾਲੇ ਨੂੰ ਕਰਜ਼ਾ ਚੁੱਕ ਕੇ ਜਿਹੜੇ ਕਿ ਆਪਣਾ ਟੈਕਸ ਦੇਣਾ ਪੈਂਦਾ ਸੀ। ਤੇ ਕਈ ਵਾਰ ਲੋਕ ਆ ਜਿਹੜੇ ਕਿ ਦੁਖੀ ਹੋ ਕੇ ਪਿੰਡ ਛੱਡ ਕੇ ਹੀ ਜੰਗਲਾਂ ਦੇ ਵਿੱਚ ਚਲੇ ਜਾਂਦੇ ਸੀ। ਤੇ ਕਈ ਵਾਰ ਲੋਕ ਆ ਜਿਹੜੇ ਕਿ ਟੈਕਸ ਘੱਟ ਕਰਵਾਉਣ ਲਈ ਕਈ ਹੋਰ ਅਧਿਕਾਰੀਆਂ ਨੂੰ ਰਿਸ਼ਵਤ ਵੀ ਦਿੰਦੇ ਸੀ। ਤਾਂ ਇਹਦੇ ਵਿੱਚ ਇਹ ਤਾਂ ਆ ਗਿਆ ਟੈਕਸ ਹੁਣ ਕਿਹੜੇ ਸੀ ਆਪਾਂ ਇੱਕ ਵਾਰ ਰਿਕਾਲ ਕਰ ਲਈਏ, ਕਿਉਂਕਿ ਕਾਫੀ ਪੁਆਇੰਟ ਨੇ ਇਹ। ਭੂਮੀ ਕਰ, ਪੇਸ਼ਾ ਕਰ, ਗ੍ਰਹਿ ਤੇ ਵਿਆਹ ਕਰ, ਜਲ ਕਰ ਭਾਵ ਕਿ ਟੈਕਸ। ਠੀਕ ਹੈ, ਜੰਗਲ ਟੈਕਸ, ਨਮਕ ਟੈਕਸ, ਜੁਰਮਾਨਾ, ਪਸ਼ੂ ਕਰ ਟੈਕਸ, ਸ਼ਮਸ਼ਾਨ ਘਾਟ ਟੈਕਸ, ਚੌਕੀਦਾਰ ਟੈਕਸ, ਇਸ ਤੋਂ ਇਲਾਵਾ ਹੋਰ ਅਦਰਸ ਟੈਕਸ ਨੇ, ਬੇਗਾਰ, ਪਰਿਹਾਰ ਤੇ ਕਰ ਇਕੱਠਾ ਕਰਨਾ। ਹੁਣ ਨੈਕਸਟ ਆਪਾਂ ਕਰਦੇ ਇਹਦੇ ਵਿੱਚ ਪਾਂਡਿਆਂ ਦੇ ਅਧੀਨ ਵਪਾਰ, ਕਿਉਂਕਿ ਇਹ ਟੌਪਿਕ ਹੈ ਕੁਐਸਚਨ ਇਹਦੇ ਵਿੱਚ 2 ਨੇ, ਬਟ ਉਹ ਕੁਐਸਚਨ ਇਕੱਠੇ ਕਰਕੇ ਪੁੱਛੇ ਜਾਂਦੇ ਨੇ। ਤਾਂ ਵਪਾਰ ਕਿਹੜਾ ਸੀ? ਪਾਂਡਿਆਂ ਦੇ ਵਪਾਰ। ਹਾਂਜੀ, ਪਾਂਡਿਆ ਕਾਲ ਦੇ ਵਿੱਚ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ। ਇਹਦਾ ਕਾਰਨ ਕੀ ਸੀ? ਪਾਂਡਿਆ ਸ਼ਾਸਕ ਨੇ ਵਪਾਰ ਦੀ ਉੱਨਤੀ ਵੱਲ ਵਿਸ਼ੇਸ਼ ਧਿਆਨ ਦਿੱਤਾ ਹੋਇਆ ਸੀ। ਤੇ ਇਹਨਾਂ ਦੀ ਵਿਸ਼ੇਸ਼ਤਾ ਕੀ ਸੀ? ਆਵਾਜਾਈ ਦੇ ਸਾਧਨ। ਪਾਂਡਿਆ ਕਾਲ ਦੇ ਵਿੱਚ ਅੰਦਰੂਨੀ ਤੇ ਵਿਦੇਸ਼ੀ ਵਪਾਰ ਦੋਨੋਂ ਬਹੁਤ ਉੱਨਤ ਸੀ। ਜਿਹੜੇ ਕਿ ਵਪਾਰ ਥਲ ਮਾਰਗ ਤੇ ਜਲ ਮਾਰਗ, ਠੀਕ ਹੈ, ਦੋਨਾਂ ਰਾਹੀਂ ਹੁੰਦਾ ਸੀ। ਤੇ ਅੰਦਰੂਨੀ ਜਿਹੜਾ ਵਪਾਰ ਸੀ ਉਹ ਜ਼ਿਆਦਾਤਰ ਥਲ ਮਾਰਗ ਰਾਹੀਂ ਹੁੰਦਾ ਸੀ। ਕੁਛ ਸੜਕਾਂ ਨੂੰ ਛੱਡ ਕੇ ਕਾਫੀ ਸੜਕਾਂ ਦੀ ਸਥਿਤੀ ਜਿਹੜੀ ਕਿ ਚੰਗੀ ਨਹੀਂ ਸੀ।
ਤੇ ਬਰਸਾਤ ਦੇ ਦਿਨਾਂ ਵਿੱਚ ਇਹਨਾਂ ਸੜਕਾਂ ਤੇ ਜਾਣਾ ਮੁਸ਼ਕਲ ਹੋ ਜਾਂਦਾ ਸੀ ਤੇ ਮਾਲ ਨੂੰ ਵੀ ਇੱਕ ਥਾਂ ਤੋਂ ਦੂਜੀ ਸਥਾਨ ਤੇ ਲੈ ਕੇ ਜਾਣਾ ਵੈਲਾਂ ਤੇ ਪਸ਼ੂਆਂ ਦਾ ਪ੍ਰਯੋਗ ਕੀਤਾ ਜਾਂਦਾ ਸੀ। ਤੇ ਅੰਦਰੂਨੀ ਵਪਾਰ ਨਦੀਆਂ ਰਾਹੀਂ ਕੀਤਾ ਜਾਂਦਾ ਸੀ। ਠੀਕ ਆ, ਭਾਵ ਕਿ ਅੰਦਰੂਨੀ ਵਪਾਰ ਜ਼ਿਆਦਾਤਰ ਥਲ ਮਾਰਗ ਰਾਹੀਂ ਹੁੰਦਾ ਸੀ ਤੇ ਕਈ ਸੜਕਾਂ ਸੁਰੱਖਿਅਤ ਨਹੀਂ ਸੀ ਤੇ ਪਸ਼ੂਆਂ ਨੂੰ ਜਿਹੜੇ ਬੈਲ ਤੇ ਪਸ਼ੂ ਆ ਜਿਹੜੇ ਕਿ ਮਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਸੀ। ਤੇ ਇਸ ਤੋਂ ਇਲਾਵਾ ਜਿਹੜੇ ਕਿ ਵਪਾਰ ਨਦੀਆਂ ਰਾਹੀਂ ਵੀ ਹੁੰਦਾ ਸੀ। ਵਿਦੇਸ਼ੀ ਵਪਾਰ ਜ਼ਿਆਦਾਤਰ ਜਲ ਮਾਰਗ ਦੁਆਰਾ ਕੀਤਾ ਜਾਂਦਾ ਸੀ। ਠੀਕ ਹੈ, ਵਿਦੇਸ਼ੀ ਵਪਾਰ ਤੇ ਜਿਹੜਾ ਅੰਦਰੂਨੀ ਸੀ ਉਹ ਥਲ ਮਾਰਗ ਰਾਹੀਂ ਹੁੰਦਾ ਸੀ ਤੇ ਜਦੋਂ ਵਿਦੇਸ਼ਾਂ 'ਚ ਭੇਜਦੇ ਸੀ ਤਾਂ ਫਿਰ ਜਲ ਮਾਰਗ ਰਾਹੀਂ। ਤੇ ਮਾਲ ਨੂੰ ਲਿਆਉਣ ਤੇ ਲੈ ਕੇ ਜਾਣ ਦੇ ਵਿੱਚ ਵੱਡੇ ਵੱਡੇ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਇਹ ਜਹਾਜ਼ ਸਾਗਰ ਅਤੇ ਮਹਾਸਾਗਰਾਂ ਵਿੱਚ ਚੱਲਦੇ ਸੀ। ਅੱਗੇ ਹੈ ਵਪਾਰਕ ਸੰਘ। ਹਾਂਜੀ, ਟ੍ਰੇਡ ਯੂਨੀਅਨ ਜਿਹੜੇ ਬਣੇ ਹੋਏ ਸੀ, ਗਿਲਡਸ। ਪਾਂਡਿਆ ਕਾਲ ਦੇ ਵਿੱਚ ਵਪਾਰਕ ਸੰਘ ਵੀ ਬਹੁਤ ਮਹੱਤਵ ਸੀ, ਜਿਵੇਂ ਗੁਪਤ ਕਾਲ ਦੇ ਵਿੱਚ ਬਣ ਗਏ ਸੀ। ਤਾਂ ਇਸ ਦੇ ਵਿੱਚ ਵਿਭਿੰਨ ਪੇਸ਼ਿਆਂ ਵਿੱਚੋਂ ਜੁਟੇ ਜਿਹੜੇ ਕਿ ਵਪਾਰੀ ਸ਼ਕਤੀਸ਼ਾਲੀ, ਇਹਨਾਂ ਨੇ ਆਪਣੀਆਂ ਸ਼੍ਰੇਣੀਆਂ ਤੇ ਨਿਗਮ ਬਣਾ ਲਏ ਸੀ। ਇੱਕੋ ਜਿਹਾ ਵਪਾਰ ਕਰਨ ਵਾਲੇ ਵਪਾਰੀ ਆਪਣੀ ਵੱਖ ਸ਼੍ਰੇਣੀ ਬਣਾ ਲੈਂਦੇ ਸੀ, ਜਿਵੇਂ ਤੇਲ ਵੇਚਣ ਵਾਲੇ ਘੁਮਿਆਰ ਅਲੱਗ, ਆਪਣੇ ਸ਼ਿਲਪਕਾਰ ਅਲੱਗ, ਆਪਣੇ ਮਛੇਰੇ ਆਪਣੇ ਅਲੱਗ, ਸੋਨਾ ਵੇਚਣ ਵਾਲੇ ਨੇ ਆਪਣੀਆਂ ਅਲੱਗ ਜਿਹੜੀ ਕਿ ਸ਼੍ਰੇਣੀਆਂ ਬਣਾ ਲਈਆਂ। ਇਹ ਸ਼੍ਰੇਣੀਆਂ ਛੋਟੀਆਂ ਤੇ ਵੱਡੀਆਂ ਤਰ੍ਹਾਂ ਦੀਆਂ ਹੁੰਦੀਆਂ ਸੀ, ਭਾਵ ਕਿ ਕੁਝ ਛੋਟੀਆਂ ਵੀ ਹੁੰਦੀਆਂ ਸੀ, ਕੁਝ ਵੱਡੀਆਂ ਵੀ ਹੁੰਦੀਆਂ ਸੀ ਤੇ ਅਲੱਗ-ਅਲੱਗ ਸ਼੍ਰੇਣੀਆਂ ਮਿਲ ਕੇ ਇੱਕ ਨਿਗਮ ਬਣਾ ਲੈਂਦੇ ਸੀ, ਇੱਕ ਗਿਲਡ ਬਣਾ ਲੈਂਦੇ ਸੀ। ਤੇ ਇਹਨਾਂ ਨਿਗਮਾਂ ਦਾ ਜਿਹੜਾ ਕਿ ਕਾਰਜ ਖੇਤਰ ਅਨੇਕਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਹੁੰਦਾ ਸੀ, ਜਿਵੇਂ ਅੱਜ ਕੱਲ੍ਹ ਯੂਨੀਅਨ ਬਣੀਆਂ ਹੋਈਆਂ ਹੁੰਦੀਆਂ ਨੇ। ਠੀਕ ਹੈ, ਐਵੇਂ। ਤੇ ਇਹ ਸੰਸਥਾਵਾਂ ਸੁਤੰਤਰ ਰੂਪ ਦੇ ਵਿੱਚ ਕਾਰਜ ਕਰਦੀਆਂ ਸੀ ਤੇ ਇਹਨਾਂ ਦੀਆਂ ਗਤੀਵਿਧੀਆਂ ਤੇ ਕੋਈ ਸਰਕਾਰੀ ਅਧਿਕਾਰ ਨਹੀਂ ਹੁੰਦਾ ਸੀ। ਠੀਕ ਹੈ, ਤੇ ਇਹ ਆਪਣਾ ਸੁਤੰਤਰ ਪੂਰਵਕ ਜਿਹੜੇ ਕਿ ਆਪਣਾ ਕੰਮ ਕਰਦੀਆਂ ਸੀ। ਇਹ ਜਿਹੜੇ ਯੂਨੀਅਨਾਂ ਬਣ ਜਾਂਦਾ ਸੀ, ਸੰਸਥਾਵਾਂ ਜਿਹੜੀਆਂ ਬਣ ਜਾਂਦੀਆਂ ਸੀ। ਠੀਕ ਹੈ, ਤੇ ਇਹਨਾਂ ਦੇ ਨਿਯਮ ਤੇ ਉਪਨਿਯਮ ਹੁੰਦੇ ਸੀ। ਹਰੇਕ ਸ਼੍ਰੇਣੀ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰੱਖਿਆ ਲਈ ਕਾਰਜ ਕਰਦੀ ਸੀ ਤੇ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈਂਦੀ ਸੀ ਕਿ ਉਹਨਾਂ ਦੁਆਰਾ ਜਿਹੜੇ ਕਿ ਉਤਪਾਦਿਤ ਮਾਲ ਆ ਉਹ ਵਧੀਆ ਕਿਸਮ ਦਾ। ਤੇ ਇਹ ਮੰਗ ਅਤੇ ਉਤਪਾਦਨ ਦਾ ਅੰਦਾਜ਼ਾ ਅਨੇਕਾਂ ਸਥਾਨਾਂ ਤੇ ਮਾਲ ਖਰੀਦ ਕੇ ਵਰਤੋਂ ਕਰਨ ਵਾਲੇ ਖੇਤਰਾਂ ਤੱਕ ਪਹੁੰਚਾਉਂਦੀਆਂ ਸੀ। ਠੀਕ ਹੈ, ਤੇ ਇਹਨਾਂ ਦੇ ਜਿਹੜੇ ਕਿ ਵਪਾਰਕ ਨਿਗਮ ਸੀ, ਉਹਨਾਂ ਦੇ ਸਮੇਂ-ਸਮੇਂ ਤੇ ਉਪਹਾਰ ਵੀ ਦਿੰਦੀਆਂ ਸੀ ਤੇ ਇਹਨਾਂ ਦੇ ਆਪਣੇ ਝੰਡੇ, ਨਿੱਜੀ ਸੁਰੱਖਿਆ ਸੈਨਾ ਤੇ ਬੈਂਕ ਹੁੰਦੇ ਸੀ। ਠੀਕ ਹੈ, ਤੇ ਮੰਦਰਾਂ ਤੇ ਵਿਹਾਰਾਂ ਦਾ ਨਿਰਮਾਣ ਵੀ ਜਿਹੜੇ ਕਿ ਇਹ ਜਿਹੜੇ ਯੂਨੀਅਨਾਂ ਇਹ ਕਰਦੀਆਂ ਸੀ। ਅੱਗੇ ਆਊਗਾ ਵਪਾਰੀਆਂ ਨੂੰ ਸੁਵਿਧਾਵਾਂ ਕਿਹੜੀਆਂ ਸੀ। ਦੁਬਾਰਾ ਫਿਰ ਤੋਂ ਬੋਲ ਰਹੇ ਕਿ ਤੁਹਾਡੇ ਹੈਡਿੰਗ ਵੱਧ ਤੋਂ ਵੱਧ ਯਾਦ ਹੋਣੇ ਚਾਹੀਦੇ ਨੇ। ਹਾਂਜੀ, ਵਪਾਰੀਆਂ ਨੂੰ ਕੀ ਸਹੂਲਤਾਂ ਸੀ, ਫੈਸਿਲਿਟੀਜ਼ ਕੀ ਸੀ। ਪਾਂਡਿਆ ਸ਼ਾਸਨ ਕਾਲ ਦੇ ਵਿੱਚ ਵਪਾਰ ਨੂੰ ਵਿਕਸਿਤ ਕਰਨ ਦੇ ਉਦੇਸ਼ ਦੇ ਲਈ ਵਪਾਰੀਆਂ ਨੂੰ ਰਾਜੇ ਵੱਲੋਂ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ, ਜਿਵੇਂ ਵਪਾਰੀਆਂ ਦੇ ਰਹਿਣ ਲਈ ਅਲੱਗ ਬਸਤੀਆਂ ਹੁੰਦੀਆਂ ਸੀ ਜਿਹੜੇ ਵਪਾਰ ਕਰਦੇ ਸੀ ਤੇ ਰਾਜ ਦੁਆਰਾ ਉਹਨਾਂ ਨੂੰ ਭੂਮੀ ਦਿੱਤੀ ਜਾਂਦੀ ਸੀ। ਸਰਕਾਰ ਵਪਾਰੀਆਂ ਦੇ ਸੰਘਾਂ ਦੇ ਕਾਰਜਾਂ ਵਿੱਚ ਕਿਸੇ ਕਿਸਮ ਦਾ ਕੋਈ ਵੀ ਦਖਲਅੰਦਾਜ਼ੀ ਨਹੀਂ ਕਰਦੀ ਸੀ ਤੇ ਵਪਾਰਕ ਜਿਹੜੇ ਸੰਘਾਂ ਦੁਆਰਾ ਤਿਆਰ ਕੀਤੇ ਗਏ ਮਾਲ ਨੂੰ ਕਰ ਮੁਕਤ ਰੱਖਿਆ ਜਾਂਦਾ ਸੀ, ਟੈਕਸ ਫ੍ਰੀ ਰੱਖਿਆ ਜਾਂਦਾ ਸੀ। ਤੇ ਵਪਾਰੀਆਂ ਦੇ ਜਿਹੜੇ ਕਾਫਲੇ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਆਉਂਦੇ ਜਾਂਦੇ ਸੀ ਤੇ ਉਹਨਾਂ ਨੂੰ ਸੁਵਿਧਾਵਾਂ ਲਈ ਮਾਰਗਾਂ ਦੇ ਵਿੱਚ, ਰਸਤਿਆਂ ਦੇ ਵਿੱਚ ਅਨੇਕਾਂ ਸਥਾਨਾਂ ਤੇ ਜਿਹੜੇ ਕਿ ਧਰਮਸ਼ਾਲਾਵਾਂ ਵੀ ਖੋਲ੍ਹੀਆਂ ਹੋਈਆਂ ਸੀ, ਜਿੱਥੇ ਉਹਨਾਂ ਦੇ ਖਾਣ ਪੀਣ ਤੇ ਠਹਿਰਨ ਦਾ ਪ੍ਰਬੰਧ ਸੀ, ਭਾਵ ਕਿ ਵਪਾਰੀਆਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਸੀ ਤੇ ਜਿਸ ਕਰਕੇ ਜਿਹੜੇ ਕਿ ਪਾਂਡਿਆ ਕਾਲ ਦੇ ਵਿੱਚ ਵਪਾਰ ਉੱਨਤ ਸੀ। ਅੱਗੇ ਹੈ ਮੰਦਰਾਂ ਦਾ ਯੋਗਦਾਨ। ਪਾਂਡਿਆ ਸ਼ਾਸਕਾਂ ਨੇ ਜਿਹੜੇ ਕਿ ਸਾਮਰਾਜ ਦੇ ਅਲੱਗ-ਅਲੱਗ ਭਾਗਾਂ ਵਿੱਚ ਅਨੇਕਾਂ ਵਿਸ਼ਾਲ ਤੇ ਸ਼ਾਨਦਾਰ ਮੰਦਰਾਂ ਦਾ ਨਿਰਮਾਣ ਕਰਵਾਇਆ ਸੀ। ਇਹਨਾਂ ਮੰਦਰਾਂ ਨੇ ਵੀ ਵਪਾਰ ਨੂੰ ਵਿਕਸਿਤ ਕਰਨ ਦੇ ਵਿੱਚ ਬਹੁਤ ਸਾਰੀ ਭੂਮਿਕਾ ਨਿਭਾਈ ਹੈ। ਮੰਦਰਾਂ ਨੂੰ ਸ਼ਾਸਕਾਂ ਦੁਆਰਾ ਵੱਡੇ ਵਪਾਰੀਆਂ ਦੁਆਰਾ ਜਿਹੜੇ ਕਿ ਬਹੁਤ ਸਾਰਾ ਦਾਨ ਤੇ ਭੂਮੀ ਦਾਨ ਦਿੱਤੀ ਜਾਂਦੀ ਸੀ ਤੇ ਇਸ ਤੋਂ ਇਲਾਵਾ ਮੰਦਰਾਂ ਦੇ ਵਿੱਚ ਆਉਣ ਵਾਲੇ ਜਿਹੜੇ ਸ਼ਰਧਾਲੂ ਸੀ ਉਹ ਵੀ ਆਪਣੀ ਮਰਜ਼ੀ ਤੇ ਸ਼ਰਧਾ ਅਨੁਸਾਰ ਧਨ ਤੇ ਅਨੇਕਾਂ ਵਸਤੂਆਂ ਜਿਹੜੇ ਕਿ ਚੜਾਉਂਦੇ ਸੀ, ਜਿਸ ਕਰਕੇ ਮੰਦਰਾਂ ਦੇ ਕੋਲ ਕਾਫੀ ਜ਼ਿਆਦਾ ਧਨ ਦੌਲਤ ਤੇ ਸੰਪੱਤੀ ਹੁੰਦੀ ਸੀ ਤੇ ਅਨੇਕਾਂ ਵੱਡੇ ਵਪਾਰੀ ਇਹਨਾਂ ਮੰਦਰਾਂ ਦੇ ਵਿੱਚ ਧਨ ਜਮ੍ਹਾਂ ਕਰਵਾਉਂਦੇ ਸੀ ਤੇ ਇਸ ਤਰ੍ਹਾਂ ਮੰਦਰ ਆ ਜਿਹੜੇ ਕਿ ਇੱਕ ਬੈਂਕ ਦੀ ਤਰ੍ਹਾਂ ਭੂਮਿਕਾ ਨਿਭਾਉਂਦੇ ਸੀ, ਭਾਵ ਕਿ ਉੱਥੇ ਜਿਹੜੇ ਕਿ ਜੇ ਕੋਈ ਵਪਾਰੀ ਵਗੈਰਾ ਹੁੰਦਾ ਸੀ ਤਾਂ ਉਹ ਵੀ ਜਿਹੜੇ ਕਿ ਆਪਣਾ ਉੱਥੇ ਧਨ ਜਮ੍ਹਾਂ ਕਰਵਾ ਸਕਦਾ ਹੁੰਦਾ ਸੀ। ਤਾਂ ਮੰਦਰਾਂ ਦੇ ਵਿੱਚ ਵੱਡੇ ਜਿਹੜੇ ਵਪਾਰੀ ਸੰਘ ਆਪਣੀਆਂ ਸਭਾਵਾਂ ਦਾ ਵੀ ਆਯੋਜਨ ਕਰਦੇ ਸੀ। ਠੀਕ ਹੈ, ਵੀ ਉੱਥੇ ਮੀਟਿੰਗਾਂ ਬੁਲਾਉਂਦੇ ਸੀ ਮੰਦਰਾਂ ਵਿੱਚ ਇਕੱਠੇ ਹੋ ਕੇ ਤੇ ਆਪਣੇ ਵਪਾਰ ਸੰਬੰਧੀ ਫੈਸਲੇ ਲੈਂਦੇ ਸੀ ਤੇ ਮੰਦਰਾਂ ਦੁਆਰਾ ਜ਼ਰੂਰਤਮੰਦ ਵਪਾਰੀਆਂ ਨੂੰ ਵਿਆਜ ਤੇ ਕਰਜ਼ਾ ਵੀ ਦਿੱਤਾ ਜਾਂਦਾ ਸੀ, ਭਾਵ ਕਿ ਜਿਹੜੇ ਮੰਦਰ ਦੇ ਮੁਖੀ ਹੁੰਦੇ ਸੀ, ਜਿਨ੍ਹਾਂ ਕੋਲ ਜਿਹੜੀ ਕਿ ਕੋਈ ਅਗਲਾ ਟੈਕਸ ਵਗੈਰਾ ਜਮ੍ਹਾਂ ਕਰਵਾ ਦਿੰਦਾ ਸੀ ਜਾਂ ਭਾਵ ਕਿ ਆਪਣੀ ਆਮਦਨ ਜਿਹੜੀ ਕਿ ਜਮ੍ਹਾਂ ਕਰਵਾ ਦਿੰਦਾ ਸੀ ਬੈਂਕ ਦੀ ਤਰ੍ਹਾਂ, ਤਾਂ ਫਿਰ ਉਹ ਜਿਹੜੇ ਕਿ ਅਗਲੇ ਦੂਜੇ ਲੋਕਾਂ ਨੂੰ ਉਹ ਜਿਹੜੇ ਕਿ ਵਿਆਜ ਤੇ ਪੈਸੇ ਵੀ ਦੇ ਦਿੰਦੇ ਸੀ ਤੇ ਇਹ ਮੰਦਰ ਸ਼ਾਹੂਕਾਰਾਂ ਦੇ ਰੂਪ ਦੇ ਵਿੱਚ ਵੀ ਕੰਮ ਕਰਦੇ ਸੀ। ਠੀਕ ਹੈ, ਅੱਗੇ ਹੈ ਵਸਤੂ ਵਟਾਂਦਰਾ ਤੇ ਸਿੱਕੇ। ਹਾਂਜੀ, ਪਾਂਡਿਆ ਸਾਮਰਾਜ ਦੇ ਵਿੱਚ ਵਸਤੂਆਂ ਦੇ ਲੈਣ ਤੇ ਦੇਣ ਦੇ ਵਿੱਚ ਵਸਤੂ ਵਟਾਂਦਰਾ, ਜਿਵੇਂ ਕਿ
ਰਿਗਵੇਦੀ ਕਾਲ ਦੇ ਵਿੱਚ ਸੀ ਵੀ ਗਊ ਉਹਨਾਂ ਦਾ ਵਟਾਂਦਰਾ ਪ੍ਰਣਾਲੀ ਸੀ ਵੀ ਜੇ ਕੁਝ ਵੀ ਚੀਜ਼ ਖਰੀਦਣੀ ਤਾਂ ਗਊ ਦੇ ਦਿੰਦੇ ਸੀ ਜਾਂ ਕੋਈ ਵਸਤ ਦੇ ਦਿੰਦੇ ਸੀ। ਤਾਂ ਸਿੱਕੇ ਤੇ ਹੁਣ ਪਾਂਡਿਆ ਰਾਜ ਦੇ ਵਿੱਚ ਵਸਤੂਆਂ ਦੇ ਲੈਣ ਦੇਣ ਦੇ ਵਿੱਚ ਵਸਤੂ ਵਟਾਂਦਰਾ ਪ੍ਰਣਾਲੀ ਵੀ ਸੀ ਤੇ ਸਿੱਕੇ ਦੋਹਾਂ ਤਰ੍ਹਾਂ ਦੀ ਸੀ। ਅੰਦਰੂਨੀ ਵਪਾਰ ਦੇ ਵਿੱਚ ਵਸਤੂ ਵਟਾਂਦਰਾ ਤੇ ਸਿੱਕੇ ਦੋਹੇ ਤਰ੍ਹਾਂ ਦੇ ਸੁਵਿਧਾ ਦੇ ਅਨੁਸਾਰ ਪ੍ਰਯੋਗ ਹੁੰਦੇ ਸੀ, ਜਿਵੇਂ ਅਕੋਰਡਿੰਗ ਟੂ ਸਿਚੁਏਸ਼ਨ ਹੈ ਜਿਹੜੀ ਕਿ ਪ੍ਰਯੋਗ ਕਰ ਲਿਆ ਜਾਂਦਾ ਸੀ। ਤੇ ਵਿਦੇਸ਼ੀ ਵਪਾਰ ਸਿੱਕਿਆਂ ਦੁਆਰਾ ਹੁੰਦਾ ਸੀ। ਵਿਦੇਸ਼ੀ ਵਪਾਰ ਹੈ ਜਿਹੜੀ ਕਿ ਉਹ ਸਿੱਕਿਆਂ ਰਾਹੀਂ ਹੁੰਦਾ ਸੀ। ਤੇ ਉਸ ਸਮੇਂ ਦੇ ਵਿੱਚ ਪਾਂਡਿਆ ਸਾਮਰਾਜ ਵਿੱਚ ਸੋਨੇ, ਚਾਂਦੀ, ਤਾਂਬੇ ਦੇ ਸਿੱਕੇ ਪ੍ਰਚਲਿਤ ਸੀ। ਤੇ ਇਹਨਾਂ ਉੱਤੇ ਇੱਕ ਪਾਸੇ ਸ਼ਾਸਕ ਤੇ ਦੂਜੇ ਪਾਸੇ ਰੁੱਖ ਜਾਂ ਮੱਛੀ ਦੇ ਚਿੱਤਰ ਹੁੰਦੇ ਸੀ। ਵੀ ਜਿਹੜੇ ਪਾਂਡਿਆਂ ਦੇ ਸਿੱਕੇ ਹੁੰਦੇ ਸੀ ਉਹਨਾਂ ਦੇ ਇੱਕ ਸਾਈਡ ਤੇ ਤਾਂ ਰਾਜੇ ਦੀ ਤਸਵੀਰ ਹੁੰਦੀ ਸੀ ਸ਼ਾਸਕ ਦੀ, ਤੇ ਉਹਦੇ ਦੂਜੇ ਸਾਈਡ ਤੇ ਰੁੱਖ ਤੇ ਮੱਛੀ ਦੇ ਚਿੱਤਰ ਹੁੰਦੇ ਸੀ। ਤੇ ਇਹ ਸਿੱਕੇ ਵੱਖ-ਵੱਖ ਭਾਰ ਤੇ ਆਕਾਰ ਦੇ ਹੁੰਦੇ ਸੀ। ਅੱਗੇ ਹੈ ਕਰਜ਼ਾ। ਹੁਣ ਵਪਾਰ ਨੂੰ ਵਿਕਸਿਤ ਕਰਨ ਦੇ ਲਈ ਪੂੰਜੀ ਦੀ ਵੀ ਜਿਹੜੀ ਕਿ ਭੂਮਿਕਾ ਮਹੱਤਵਪੂਰਨ ਹੈ। ਵਪਾਰੀ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਕਰਜ਼ੇ ਲੈਂਦੇ ਸੀ, ਤੇ ਕਰਜ਼ੇ ਜਿਹੜੇ ਕਿ ਵਿਆਜ ਦੇਣਾ ਪੈਂਦਾ ਸੀ ਕਰਜ਼ੇ ਦੇ ਲਈ। ਉਸ ਸਮੇਂ ਵਿਆਜ ਦੀ ਜਿਹੜੀ ਕਿ ਤੁਸੀਂ ਇਹ ਪੜ੍ਹ ਲੈਣਾ ਅਗਰ ਤੁਹਾਨੂੰ ਯਾਦ ਰੱਖਿਆ ਠੀਕ ਹੈ, ਨਹੀਂ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਕਿ ਕਰਜ਼ੇ ਦੀਆਂ ਮੱਦਾਂ ਵੀ ਉਹਦੇ ਅਕੋਰਡਿੰਗ ਹੀ ਨਿਸ਼ਚਿਤ ਹੁੰਦੀਆਂ ਸੀ, ਜਿੰਨੇ ਰਕਮ ਦੇ ਹਿਸਾਬ ਨਾਲ। ਤੇ ਜਿਹੜੇ ਕਿ ਇਹਦੀ ਵਸੂਲੀ ਕਰਜ਼ਾ ਤੇ ਵਿਆਜ ਨਾ ਦੇ ਸਕਣ ਵਾਲੇ ਦੇ ਵਿੱਚ ਕਾਨੂੰਨੀ ਮਦਦ ਵੀ ਲਈ ਜਾਂਦੀ ਸੀ, ਤੇ ਉਹਨਾਂ ਦੀ ਸਖਤ ਕਾਰਵਾਈ ਹੁੰਦੀ ਸੀ ਜਿਹੜਾ ਕਿ ਇਹਨੂੰ ਪੇ ਨਹੀਂ ਕਰਦਾ ਸੀ। ਕਰਜ਼ਾ ਤੇ ਵਿਆਜ, ਠੀਕ ਹੈ। ਅੱਗੇ ਹੋਊਗਾ ਕੀਮਤਾਂ। ਹਾਂਜੀ, ਪ੍ਰਾਈਜ਼ਸ ਕਿਵੇਂ ਦੇ ਸੀ? ਪਾਂਡਿਆ ਸ਼ਾਸਕਾਂ ਨੇ ਪ੍ਰਾਚੀਨ ਕਾਲ ਤੋਂ 14ਵੀਂ ਸ਼ਤਾਬਦੀ ਦੇ ਆਰੰਭ ਤੱਕ ਜਿਹੜੀ ਕਿ ਰਾਜ ਕੀਤਾ। ਇਹਨਾਂ ਦੇ ਲੰਬੇ ਸ਼ਾਸਨ ਕਾਲ ਵਿੱਚ ਵਸਤੂਆਂ ਦੀ ਜਿਹੜੀ ਕਿ ਕੀਮਤ ਨਿਸ਼ਚਿਤ ਨਹੀਂ ਸੀ। ਜਿਵੇਂ ਅੱਜ ਕੱਲ੍ਹ ਕੋਈ ਵੀ ਵਸਤੂਆਂ ਦੀ ਜਿਹੜੀ ਕਿ ਕੀਮਤ ਫਿਕਸ ਨਹੀਂ ਹੈ, ਕਦੇ ਜਿਹੜੇ ਕਿ ਪ੍ਰਾਈਜ਼ ਕਿਸੇ ਚੀਜ਼ ਦਾ ਘੱਟ ਜਾਂਦਾ ਕਦੇ ਵੱਧ ਜਾਂਦਾ। ਤਾਂ ਅਕੋਰਡਿੰਗ ਟੂ ਜਿਹੜੇ ਕਿ ਮੰਗ ਦੇ ਅਕੋਰਡਿੰਗ ਉਹਦਾ ਦਾ ਜਿਹੜਾ ਕਿ ਕੀਮਤਾਂ ਕਦੇ ਘੱਟ ਜਾਂਦੀ ਸੀ ਤੇ ਕਦੇ ਵੱਧ ਜਾਂਦੀ ਸੀ। ਤਾਂ ਇਹੀ ਉਸ ਸਮੇਂ ਦੇ ਵਿੱਚ ਸੀ, ਕੁਝ ਜ਼ਿਆਦਾ ਫਿਕਸ ਨਹੀਂ ਸੀ। ਅੰਦਰੂਨੀ ਤੇ ਵਿਦੇਸ਼ੀ ਵਪਾਰ। ਪਾਂਡਿਆ ਕਾਲ ਦੇ ਵਿੱਚ ਅੰਦਰੂਨੀ ਤੇ ਵਿਦੇਸ਼ੀ ਵਪਾਰ ਦੋਵੇਂ ਸੀ। ਵਪਾਰੀ ਸਮੇਂ-ਸਮੇਂ ਤੇ ਵੱਡੇ-ਵੱਡੇ ਸ਼ਹਿਰਾਂ ਵਿੱਚ ਜਾ ਕੇ ਮੰਡੀਆਂ ਲਗਾਉਂਦੇ ਸੀ। ਮੰਡੀਆਂ ਦੇ ਵਿੱਚ ਵਪਾਰੀ ਉਸ ਸਥਾਨ ਤੇ ਲੋਕਾਂ ਦੀ ਜ਼ਰੂਰਤ ਅਨੁਸਾਰ ਮਾਲ ਲਿਜਾ ਕੇ ਵੇਚਦੇ ਸੀ, ਠੀਕ ਹੈ। ਤੇ ਇਹਨਾਂ ਮੰਡੀਆਂ ਵਿੱਚ ਲੋਕਾਂ ਨੂੰ ਸਸਤੇ ਮੁੱਲਾਂ ਤੇ ਜਿਹੜੇ ਕਿ ਮਿਲ ਜਾਂਦਾ ਸੀ ਮਾਲ। ਤੇ ਪਾਂਡਿਆ ਸ਼ਾਸਕਾਂ ਨੇ ਸ਼੍ਰੀਲੰਕਾ, ਚੀਨ, ਈਰਾਨ, ਅਰਬ, ਮਿਸਰ, ਰੋਮ, ਜਾਵਾ, ਸੁਮਾਤਰਾ ਤੇ ਬਰਮਾ ਇਹਨਾਂ ਦੇਸ਼ਾਂ ਨਾਲ ਵਪਾਰਕ ਸੰਘ ਸਥਾਪਿਤ ਕੀਤੇ ਸੀ। ਤੇ ਇਹਨਾਂ ਦੇਸ਼ਾਂ ਨੂੰ ਭਾਰਤ ਤੋਂ ਜਿਹੜੇ ਕਿ ਮੁੱਖ ਰੂਪ ਦੇ ਵਿੱਚ ਬਹੁ ਕੀਮਤੀ ਪੱਥਰ, ਹੀਰੇ, ਮੋਤੀ, ਹਾਥੀ ਦੰਦ, ਚੰਦਨ ਦੀ ਲੱਕੜੀ, ਸੂਤੀ, ਗਰਮ ਮਸਾਲੇ, ਕੇਸਰ, ਨਾਰੀਅਲ ਜਿਹੜੇ ਕਿ ਦਵਾਈਆਂ ਭੇਜਦੇ ਸੀ। ਤੇ ਵਿਦੇਸ਼ਾਂ ਤੋਂ ਕੀ ਲੈਂਦੇ ਸੀ? ਘੋੜੇ, ਰੇਸ਼ਮ, ਸ਼ੀਸ਼ਾ, ਲੋਹਾ, ਸੋਨਾ, ਚਾਂਦੀ ਇਹ ਆਯਾਤ ਕਰਾਉਂਦੇ ਸੀ। ਭਾਰਤ ਦੇ ਵਿੱਚ ਆਉਂਦਾ ਸੀ ਇਹ। ਤੇ ਜਿਹੜੇ ਚੰਦਨ ਦੀ ਲੱਕੜੀ, ਸੂਤੀ ਕੱਪੜਾ ਵਗੈਰਾ ਸੀ, ਗਰਮ ਮਸਾਲੇ ਭੇਜਦੇ ਸੀ, ਕੇਸਰ, ਨਾਰੀਅਲ, ਦਵਾਈਆਂ। ਤੇ ਉਸ ਸਮੇਂ ਵਿਦੇਸ਼ਾਂ ਵਿੱਚ ਭਾਰਤੀ ਵਸਤੂਆਂ ਦੀ ਜਿਹੜੀ ਕਿ ਮੰਗ ਹੋਣ ਕਾਰਨ ਵਿਦੇਸ਼ੀ ਵਪਾਰ ਜਿਹੜੇ ਕਿ ਭਾਰਤ ਦੇ ਪੱਖ ਦੇ ਵਿੱਚ ਸੀ, ਭਾਵ ਕਿ ਬਹੁਤ ਪ੍ਰਫੁੱਲਿਤ ਸੀ। ਸੋ ਇਹ ਸੀ ਜਿਹੜੇ ਕਿ ਦੋਨੋਂ ਕੁਐਸਚਨ। ਥੈਂਕਸ। ਵੱਧ ਤੋਂ ਵੱਧ ਹੈਡਿੰਗ ਯਾਦ ਕਰਨੇ ਨੇ ਸਟੂਡੈਂਟਸ। ਚੌਲ ਸਾਮਰਾਜ ਵਾਲਾ ਕੀਤਾ ਆਪਾਂ ਨੇ, ਚੌਲ ਪ੍ਰਸ਼ਾਸਨ, ਤੇ ਨਾਲ ਦੀ ਨਾਲ ਆਪਾਂ ਨੇ ਪਾਂਡਿਆਂ ਦੇ ਕਰ ਅਤੇ ਵਪਾਰ ਬਾਰੇ।